9 ਵਜੇ ਆਰੰਭ ਹੋਣਗੇ। ਇੱਕ ਅਖੰਡ ਪਾਠ ਸਾਹਿਬ ਕੱਲ੍ਹ ਸ਼ਾਮ ਨੂੰ 4 ਵਜੇ ਆਰੰਭ ਹੋਵੇਗਾ। ਸਤਿਕਾਰਯੋਗ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਵਾਲਿਆਂ ਦੀ ਮਿੱਠੀ ਯਾਦ ਵਿੱਚ ਬੜੂ ਸਾਹਿਬ ਦੀ ਸਮੂਹ ਸੰਗਤ ਅਤੇ ਟਰੱਸਟ ਵੱਲੋਂ, ਜਿਸ ਦੇ ਭੋਗ ਐਤਵਾਰ ਸ਼ਾਮ ਨੂੰ 4 ਵਜੇ ਤੋਂ 4 ਵਜੇ ਪੈਣਗੇ ਅਤੇ 9 ਵਜੇ ਤੱਕ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਸਮਾਗਮ ਹੋਵੇਗਾ, ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ, ਕਥਾਵਾਚਕ ਅਤੇ ਹੋਰ ਬੁਲਾਰੇ ਭਾਗ ਲੈ ਰਹੇ ਹਨ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੀ ਪ੍ਰਾਪਤ ਕਰਨੀ ਜੀ। ਆਓ ਸਤਿਸੰਗ ਜੀ ਬੜੇ ਪਿਆਰ ਨਾਲ ਗੁਰੂ ਚਰਨਾਂ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਤੁਮ ਬਿਨ ਹਮ ਤੇ ਲਰਿਓ ਨਾ ਜਾਈ, ਸੀਸ ਤੁਮ ਢਿਗ ਦੇਹ ਲਗਾਈ, ਤੁਮ ਬਿਨ ਹਮ ਤੇ ਲਰਿਓ ਨਾ ਜਾਈ, ਸੀਸ ਤੁਮ ਢਿਗ ਦੇਹ ਲਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਜੀ ਦੀ ਇਸ ਨਿੱਘੀ ਗੋਦ ਦਾ ਆਨੰਦ ਮਾਣਨ ਵਾਸਤੇ ਸਤਿਗੁਰਾਂ ਨੇ ਤਰਸ ਕਰਕੇ ਇਹ ਸਮਾਂ ਬਖਸ਼ਿਆ। ਇਸ ਸਮੇਂ ਨੂੰ ਸਫਲਾ ਕਰੀਏ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਰਸਨਾ ਪਵਿੱਤਰ ਕਰੀਏ। ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਬਿਨ ਹਮ ਤੇ ਲਰਿਓ ਨ ਜਾਈ। ਬੀਤੇ ਦਿਨੀ ਸਰਵਣ ਕੀਤਾ ਕਿ ਭਾਈ ਬਾਜ ਸਿੰਘ ਹੋਣੀ ਜਦੋਂ ਵੇਖਦੇ ਆ ਕਿ ਵਜੀਦ ਖਾਂ ਚੜ੍ਹ ਕੇ ਆਇਆ ਹੋਇਆ ਹੈ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ, ਹਰ ਇੱਕ ਤੋਪ ਦਾ ਗੋਲਾ ਸਿੰਘਾਂ ਵੱਲ ਛੱਡ ਰਿਹਾ ਹੈ, ਗੋਲੀਆਂ ਦੇ ਫਾਇਰ ਕਰ ਰਿਹਾ ਹੈ, ਤਾਂ ਬਾਬਾ ਬੰਦਾ ਸਿੰਘ ਬਹਾਦਰ ਹਜੇ ਵੀ ਜੰਗ ਕਰਨ ਨੂੰ ਤਿਆਰ ਨਹੀਂ। ਤਾਂ ਉਦੋਂ ਭਾਈ ਬਾਜ ਸਿੰਘ ਤੇ ਸਮੁੱਚੇ ਗੁਰੂ ਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕਰਦੇ ਨੇ ਤੇ ਬੇਨਤੀ ਕਰਨ ਲੱਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਤੂੰ ਸਾਡਾ ਜਥੇਦਾਰ ਹੈ ਤੇ ਚੱਲ ਸਾਡੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਚੱਲ ਕੇ ਜੰਗ ਕਰੀਏ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਭਾਈ ਸਿੱਖੋ, ਇੱਕ ਪਹਿਰ ਰੁਕ ਜਾਓ, ਇੱਕ ਪਹਿਰ ਹਜੇ ਉਡੀਕ ਕਰੋ, ਇਹਨਾਂ ਦੀ ਤਾਕਤ ਉਹ ਥੱਕ ਜਾਵੇਗੀ, ਤਾਕਤ ਦੂਰ ਹੋ ਜਾਵੇਗੀ, ਕਲਗੀਆਂ ਵਾਲੇ ਪਾਤਸ਼ਾਹ ਸਾਡੇ ਨਾਲ ਖੜ ਜਾਣਗੇ, ਇੱਕ ਪਹਿਰ ਬਾਅਦ ਆਪਾਂ ਹਮਲਾ ਕਰਾਂਗੇ। ਪਰ ਫਿਰ ਵੀ ਕੁਝ ਸਿੰਘ ਕਾਹਲੇ ਪਏ ਤੇ ਕਹਿਣ ਲੱਗੇ ਵੀ ਸਾਡਾ ਲੜਨ ਨੂੰ ਚਿੱਤ ਤੇ ਕਰ ਰਿਹਾ ਹੈ, ਪਰ ਤੇਰੇ ਬਿਨਾ ਅਸੀਂ ਲੜ ਵੀ ਨਹੀਂ ਸਕਦੇ। ਸੀਸ ਤੁਮ ਟਿਕਦੇ ਲਗਾਈ। ਤੇ ਇਸ ਕਰਕੇ ਹੁਣ ਖੜਾ ਹੋ ਤੇ ਸਾਡੇ ਨਾਲ ਚੱਲ ਕਰਕੇ ਹੁਣ ਆਪਣਾ ਸੀਸ ਦੇ, ਸਿਰ ਧੜ ਦੀ ਬਾਜੀ ਲਾ। ਸੱਚ ਹੈ ਖਾਲਸਾ ਜੀ ਕਿ ਬੱਬਰ ਸ਼ੇਰਾਂ ਦੀ ਅਗਵਾਈ ਕਰਨੀ ਵੀ ਕਿਸੇ ਮਾੜੇ ਮੋਟੇ ਬੰਦੇ ਦਾ ਕੰਮ ਨਹੀਂ ਹੁੰਦਾ। ਜੇ ਖਾਲਸਾ ਪੰਥ ਦਾ ਜਥੇਦਾਰ ਬਣਨਾ ਹੋਵੇ ਤੇ ਫਿਰ ਖਾਲਸਾ ਪੰਥ ਦਾ ਜਥੇਦਾਰ ਬਣਨ ਵਾਸਤੇ ਵੀ ਜਜ਼ਬਾ ਬੜਾ ਚਾਹੀਦਾ। ਤੇ ਵੇਖੋ ਜਿਨ੍ਹਾਂ ਨੇ ਅਗਵਾਈ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਕਿੰਨੇ ਸੁਲਝੇ ਤਰੀਕੇ ਦੇ ਨਾਲ ਹਰ ਇੱਕ ਸਿੰਘ ਦੇ ਮਨ ਦੀ ਵਿਚਾਰ ਨੂੰ ਸੁਣ ਕਰਕੇ, ਕਿਸੇ ਦੀ ਵੀ ਵਿਚਾਰ ਨੂੰ ਸੁਣ ਕੇ ਕਾਹਲਾ ਨਹੀਂ ਪਿਆ, ਬਲਕਿ ਹਰ ਇੱਕ ਨੂੰ ਬੜੇ ਪਿਆਰ ਦੇ ਨਾਲ ਰਣਨੀਤੀ ਸਮਝਾਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਵੀ ਕਿਹਾ ਕਿ ਅੱਗੇ ਹੋ ਕਰਕੇ ਜੰਗ ਕਰੀਏ, ਸਾਡੇ ਨਾਲ ਚੱਲ, ਇਹ ਭੱਜ ਜਾਣਗੇ ਜਿਹੜੇ ਚੜ੍ਹ ਕੇ ਆਏ ਨੇ, ਹੁਣ ਸਮਾਂ ਆ ਗਿਆ ਜੰਗ ਦੇ ਮੈਦਾਨ ਵਿੱਚ ਸਿਰ ਧੜ ਦੀ ਬਾਜੀ ਲਾਈਏ। ਖੜਿਓ ਖਾਲਸੋ ਔਰ ਗਏ ਪਰਾਈ। ਤੂੰ ਵੇਖ ਜਿਨ੍ਹਾਂ ਨੇ ਛੱਡ ਕੇ ਜਾਣਾ ਸੀ ਉਹ ਛੱਡ ਕੇ ਜਾ ਚੁੱਕੇ ਆ, ਪਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹਜੇ ਵੀ ਤਿਆਰ ਬਰ ਤਿਆਰ ਖੜਾ ਹੈ। ਬਸ ਤੇਰੇ ਇੱਕ ਹੁਕਮ ਦੀ ਉਡੀਕ ਹੈ, ਵਜੀਦ ਖਾਨ ਨੂੰ ਮਿੱਟੀ ਵਿੱਚ ਮਿਲਾ ਦੇਾਂਗੇ। ਭਾਵੇਂ ਰੱਖੋ ਭਾਵੇਂ ਦੇਹੋ ਮਰਾਈ। ਧੰਨ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਹੋ ਕੇ ਲੜੇਗਾ। ਖਾਲਸੇ ਨੇ ਇਹਦੀ ਰਣਨੀਤੀ ਨੂੰ ਅਪਣਾਉਣਾ ਹੁਣ ਤੇਰੇ ਹੱਥ ਵਿੱਚ ਹੈ। ਤੂੰ ਭਾਵੇਂ ਸਾਨੂੰ ਜੰਗ ਦੇ ਮੈਦਾਨ ਵਿੱਚ ਰੱਖ ਲੈ ਤੇ ਭਾਵੇਂ ਜੰਗ ਦੇ ਮੈਦਾਨ ਵਿੱਚ ਮਰਵਾ ਦੇ, ਪਰ ਹੁਣ ਸਮਾਂ ਰੁਕਣ ਦਾ ਨਹੀਂ, ਸਮਾਂ ਰਣ ਤੱਤੇ ਦੇ ਅੰਦਰ ਜੂਝਣ ਦਾ ਹੈ, ਸ਼ਹੀਦੀਆਂ ਪਾਉਣ ਦਾ ਹੈ। ਹਮ ਭੱਜ ਜਾਵਣ ਨੈ ਕਹੂੰ ਠੋਰ। ਅਸੀਂ ਕਿਤੇ ਵੀ ਭੱਜ ਕੇ ਨਹੀਂ ਜਾਵਾਂਗੇ। ਗੁਰੂ ਕੇ ਸਿੰਘ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਜੇ ਸਾਨੂੰ ਕਲਗੀਆਂ ਵਾਲੇ ਨੇ ਹੁਕਮ ਕੀਤਾ ਅਸੀਂ ਸਿਰ ਧੜ ਦੀ ਬਾਜੀ ਲਾਵਾਂਗੇ, ਤੇਰਾ ਸਾਥ ਛੱਡ ਕੇ ਨਹੀਂ ਜਾਵਾਂਗੇ, ਭੱਜਾਂਗੇ ਨਹੀਂ। ਹਮ ਮਰ ਰਹੇਂਗੇ ਤੁਮ ਪਗ ਕੋਰ। ਅਸੀਂ ਮਰ ਜਾਵਾਂਗੇ ਪਰ ਰਣ ਤੱਤੇ ਦੇ ਅੰਦਰ ਪਿੱਠ ਨਹੀਂ ਵਿਖਾਵਾਂਗੇ, ਇੱਕ ਵੀ ਕਦਮ ਪਿਛਾਂ ਨੂੰ ਨਹੀਂ ਪੁੱਟਾਂਗੇ, ਪਰ ਸਾਨੂੰ ਹੁਕਮ ਦੇ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝੀਏ। ਦੋਹਰਾ ਫਿਰ ਬੰਦੇ ਖਾਲਸੇ ਕੇ ਹੋ, ਤੁਮ ਘੜੀਆਂ ਚਾਰ ਲੜਾਓ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਖਾਲਸਾ ਜੀ, ਮੈਂ ਤੁਹਾਡੇ ਅੰਦਰ ਦੇ ਦਰਦ ਨੂੰ ਸਮਝਦਾ, ਪਰ ਮੇਰੀ ਖਾਲਸੇ ਦੇ ਚਰਨਾਂ ਵਿੱਚ ਬੇਨਤਾ ਹੈ। ਕਿਉਂਕਿ ਗੁਰੂ ਕੇ ਸਿੰਘ ਬੇਨਤੀ ਦੀ ਜਗ੍ਹਾ ਬੇਨਤਾ ਸ਼ਬਦ ਵਰਤਦੇ ਸਨ ਪੁਰਾਤਨ ਸਮੇਂ 'ਚ ਤੇ ਅੱਜ ਵੀ ਕਈ ਥਾਵਾਂ ਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੇਰਾ ਖਾਲਸੇ ਪੰਥ ਅੱਗੇ ਇਹ ਗੁਰਮਤਾ ਹੈ ਕਿ 4 ਘੜੀਆਂ ਹਜੇ ਜੰਗ ਟਾਲ ਦਿਓ, ਇਹ ਰਣਨੀਤੀ ਅਪਣਾਉਣੀ ਕਰੋ। ਮਾਲਕ ਦੇ ਹੱਥ ਜੋੜ ਕੇ ਔਰ ਮੈਂ ਲੈਂਗ ਬਖਸ਼ਾਏ। ਕੇਵਲ 4 ਘੜੀਆਂ ਰੁਕ ਜਾਓ, ਮੈਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ, ਬਾਣੀ ਦਾ ਅਭਿਆਸ ਕਰਕੇ ਫਿਰ ਰਣ ਤੱਤੇ ਦੇ ਅੰਦਰ ਜੰਗ ਦੇ ਮੈਦਾਨ ਵਿੱਚ ਜਾ ਕਰਕੇ ਜ਼ਰੂਰ ਜੂਝਾਂਗਾ। ਚੌਪਈ ਸਿੱਖਣ ਕਿਹੋ ਘੜੀ ਇੱਕ ਭਾਰੀ। ਤੇ ਗੁਰੂ ਕੇ ਸਿੰਘ ਕਹਿੰਦੇ ਵੀ ਇੱਥੇ ਤੇ ਇੱਕ ਘੜੀ ਬੜੀ ਭਾਰੀ ਆ।
ਘੜੀ ਤਾਂ ਇੱਕ ਨਹੀਂ ਲੰਘ ਰਹੀ ਤੇ ਤੂੰ ਸਾਨੂੰ ਕਹਿਣਾ ਵੀ 4 ਘੜੀਆਂ ਖੜ ਜਾਓ, ਇਹ ਕਿਵੇਂ ਹੋਵੇਗਾ? ਹਮ ਤੋ ਪਲ ਨ ਸਕੈ ਸੰਭਾਰੀ। ਘੜੀਆਂ ਤੇ ਇੱਕ ਪਾਸੇ ਆ, ਅਸੀਂ ਤਾਂ ਇੱਕ ਪਲ ਵੀ ਨਹੀਂ ਖੜ ਸਕਦੇ, ਕਿਉਂਕਿ ਸਾਨੂੰ ਸਾਡੇ ਸਾਹਮਣੇ ਵਜੀਦ ਖਾਂ ਦਾ ਪਾਪੀ ਚਿਹਰਾ ਨਜ਼ਰ ਆ ਰਿਹਾ। ਦਿਲ ਕਰ ਰਿਹਾ ਕਿ ਕੱਦੂ ਦੀ ਤਰ੍ਹਾਂ ਜਾ ਕਰਕੇ ਉਹਦੀ ਧੌਣ ਲਾ ਦਈਏ। ਮਾਲਕ ਹੱਥ ਬਿਨ ਸਿਰ ਹਮ ਆਏ। ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਲਗੀਆਂ ਵਾਲੇ ਦਾ ਥਾਪੜਾ ਲੈ ਕਰਕੇ ਜੇ ਜੰਗ ਦੇ ਮੈਦਾਨ ਵਿੱਚ ਆਏ ਆ ਤੇ ਸਿਰ ਭਾਵੇਂ ਸਾਡਾ ਧੜ ਤੇ ਨਜ਼ਰ ਆ ਰਿਹਾ, ਪਰ ਅਸਲ ਵਿੱਚ ਇਹ ਸਾਡਾ ਸਿਰ ਨਹੀਂ, ਅਸੀਂ ਪਹਿਲਾਂ ਹੀ ਕਲਗੀਆਂ ਵਾਲੇ ਨੂੰ ਭੇਟਾ ਵਿੱਚ ਦੇ ਕੇ ਆਏ ਹਾਂ। ਹਮ ਕਿਮ ਬਚੇ ਤੁਰ ਕੇ ਆਗੇ ਪਾਏ। ਹੁਣ ਤੁਰਕ ਤਾਂ ਚੜ ਰਹੇ ਨੇ, ਵਜੀਦ ਖਾਂ ਤੇ ਹਮਲੇ ਕਰ ਰਿਹਾ, ਤੇ ਜੇ ਅਸੀਂ ਮੁਕਾਬਲਾ ਨਾ ਕੀਤਾ ਤੇ ਫਿਰ ਬਚਾ ਕਿਵੇਂ ਹੋਵੇਗਾ? ਹਮ ਪਰਿਓ ਜਹਾਜ਼ ਸਮੁੰਦਰ ਮਾਈ। ਸਾਡਾ ਜਿਹੜਾ ਜਹਾਜ਼ ਹੈ ਸਮੁੰਦਰ ਦੇ ਬਿਲਕੁਲ ਵਿਚਕਾਰ, ਬਿਲਕੁਲ ਵਿਚਾਲੇ ਖੜ ਚੁੱਕਿਆ ਹੈ। ਭਾਵੇਂ ਰਾਖੋ ਭਾਵੇਂ ਦੇਹੋ ਡੁਬਾਈ। ਹੁਣ ਬੰਦਾ ਸਿੰਘ ਬਹਾਦਰ ਤੇਰੇ ਹੱਥ ਵਿੱਚ ਹੈ। ਇਹ ਜਿਹੜਾ ਖਾਲਸਾ ਪੰਥ ਇਕੱਤਰਤ ਹੋਇਆ ਹੈ, ਇਹ ਖਾਲਸੇ ਪੰਥ ਦੇ ਜਹਾਜ਼ ਨੂੰ ਭਾਵੇਂ ਪਾਰ ਲੰਘਾ ਤੇ ਭਾਵੇਂ ਵਿੱਚ ਡੋਬ ਲੈ, ਪਰ ਜਲਦੀ ਕਰਕੇ ਕੋਈ ਫੈਸਲਾ ਲੈ। ਤੁਮ ਮਾਲਕ ਹੋਏ ਰੱਖੋ ਬਚਾਈ। ਕਿਉਂਕਿ ਤੈਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ, ਮਾਲਕ ਨੇ ਜਥੇਦਾਰੀ ਦੇ ਕਰਕੇ ਖਾਲਸੇ ਨੂੰ ਨਾਲ ਭੇਜਿਆ ਹੈ। ਹੁਣ ਜਲਦੀ ਕਰਕੇ ਫੈਸਲਾ ਲੈ। ਤੁਰ ਕੇ ਆਟਾ ਹਮ ਲੁਣੋ ਨਹੀਂ। ਜਿਹੜਾ ਤੁਰਕ ਹੈ, ਤੁਰਕਾਂ ਦੀ ਫੌਜ ਤੇ ਪਰਾਤ ਦੇ ਵਿੱਚ ਭਾਂਡੇ ਵਿੱਚ ਪਏ ਆਟੇ ਦੀ ਤਰ੍ਹਾਂ ਹੈ। ਜਿਵੇਂ ਖਾਲਸਾ ਜੀ ਭਾਂਡੇ ਵਿੱਚ ਆਟਾ ਹੋਵੇ ਤੇ ਨਮਕ ਲੂਣ ਭਾਵੇਂ ਥੋੜਾ ਜਿਹਾ ਹੀ ਪਾਇਆ ਜਾਵੇ, ਪਰ ਆਟੇ ਦੇ ਬਰਾਬਰ ਹੀ ਹੋ ਜਾਂਦਾ। ਕਹਿੰਦੇ ਭਾਵੇਂ ਵਜੀਦ ਖਾਂ ਦੀ ਫੌਜ ਆਟੇ ਦੀ ਤਰ੍ਹਾਂ ਭਰੀ ਪਈ ਹੈ ਤੇ ਅਸੀਂ ਲੂਣ ਦੀ ਤਰ੍ਹਾਂ ਹਾਂ, ਪਰ ਚੇਤੇ ਰੱਖੀ ਇਨ੍ਹਾਂ ਆਟਿਆਂ ਨੂੰ ਧੂੜ ਦੀ ਤਰ੍ਹਾਂ ਉਡਾ ਦੇਾਂਗੇ। ਕਿਮ ਹਮ ਇਨ ਸੰਗ ਪੁਜੇ ਲੜਾਈ। ਭਾਵੇਂ ਗਿਣਤੀ ਵਿੱਚ ਥੋੜੇ ਆ, ਪਰ ਮੁਕਾਬਲਾ ਕਰਾਂਗੇ, ਪਰ ਜੇ ਮੁਕਾਬਲਾ ਨਾ ਕੀਤਾ ਤੇ ਲੜਾਈ ਇੱਕ ਪਾਸੇ ਦੀ ਕਿਵੇਂ ਹੋਵੇਗੀ? ਮਾਰੇ ਤੋਪਨ ਕੇ ਅਬ ਉੱਡ ਜਾਈ। ਉਹ ਤਾਂ ਤੋਪਾਂ ਦੇ ਗੋਲੇ ਚਲਾ ਰਹੇ ਨੇ, ਜੇ ਜਾ ਕਰਕੇ ਉਹਨਾਂ ਦੇ ਮੂੰਹ ਨਾ ਭੰਨੇ ਤਾਂ ਫਿਰ ਉੱਡ ਜਾਵਾਂਗੇ। ਚਾਰ ਕਰੀ ਹਮ ਕਬ ਇਨ ਠੱਲੇ। 4 ਘੜੀਆਂ ਅਸੀਂ ਇਹਨਾਂ ਦੇ ਤੋਪਾਂ ਦੇ ਗੋਲਿਆਂ ਦਾ ਮੁਕਾਬਲਾ ਬਿਨਾਂ ਕੁਝ ਕੀਤੇ ਕਿਵੇਂ ਕਰ ਸਕਦੇ ਹਾਂ? ਤੁਮ ਬਿਨ ਬਚੇ ਨਾ ਹਮ ਇੱਕ ਪੱਲੇ। ਇਸ ਕਰਕੇ ਤੂੰ ਸਾਡੇ ਨਾਲ ਚੱਲ, ਸਾਡੇ ਕੋਲ ਤੇ ਰੁਕਣ ਵਾਸਤੇ ਇੱਕ ਪਲ ਵੀ ਨਹੀਂ। ਤੁਮ ਬਿਨ ਘੜੀ ਨਾ ਇੱਕ ਹਮ ਲੜੇ। ਪਰ ਤੇਰੇ ਤੋਂ ਬਗੈਰ ਅਸੀਂ ਇੱਕ ਘੜੀ ਵੀ ਨਹੀਂ ਲੜ ਸਕਦੇ। ਇਹ ਵੀ ਖਾਲਸਾ ਜੀ ਸਾਡੇ ਸਿੱਖਾਂ ਦੇ ਇੱਕ ਇਤਫਾਕ ਸੀ ਤੇ ਪਿਆਰ ਸੀ ਕਿ ਜਥੇਦਾਰ ਜਉ ਕਹਿ ਦੇਤਾ, ਸਿੱਖ ਪੰਥ ਮਾਨ ਸਉ ਲੇਤਾ। ਕਿ ਭਾਵੇਂ ਚਾਹੁੰਦੇ ਨੇ ਅੱਗੇ ਹੋ ਕੇ ਲੜਨਾ, ਪਰ ਫਿਰ ਵੀ ਆਪਣੇ ਜਥੇਦਾਰ ਦੀ, ਆਪਣੇ ਆਗੂ ਦੇ ਹੁਕਮ ਦੇ ਆਦੇਸ਼ ਦੀ ਉਡੀਕ ਕਰ ਰਹੇ ਨੇ। ਇਹ ਵੀ ਗੁਰੂ ਕੇ ਸਿੱਖਾਂ ਦਾ ਇਤਫਾਕ ਸਾਨੂੰ ਸਿੱਖਣਾ ਚਾਹੀਦਾ ਹੈ। ਤੁਮ ਬਿਨ ਏਕ ਘੜੀ ਮੈਂ ਮਰੇ। ਤੇ ਜੇ ਤੂੰ ਜੰਗ ਦੇ ਮੈਦਾਨ ਦੇ ਵਿੱਚ ਸਾਨੂੰ ਹੁਕਮ ਦੇਵੇਂ, ਅਸੀਂ ਇੱਕ ਘੜੀ ਦੇ ਵਿੱਚ ਹੀ ਸ਼ਹੀਦੀਆਂ ਵੀ ਪਾਵਾਂਗੇ। ਤੁਮ ਬਿਨ ਹਮ ਲੜ ਸਕੇ ਸੁਨਾਹੀ। ਪਰ ਤੇਰੇ ਤੋਂ ਬਗੈਰ, ਤੇਰੇ ਆਦੇਸ਼ ਤੋਂ ਬਗੈਰ ਅਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਲੜ ਸਕਦੇ। ਤੋਪ ਜੰਬੂਰਨ ਸੋ ਉੱਡ ਜਾਹੀ। ਤੇ ਜਿਹੜੇ ਤੋਪ ਨੇ, ਛੋਟੀਆਂ ਤੋਪਾਂ ਵਾਲੇ, ਵੱਡੀਆਂ ਤੋਪਾਂ ਵਾਲੇ ਬਾਰ-ਬਾਰ ਹਮਲੇ ਕਰ ਰਹੇ ਨੇ, ਸਾਡਾ ਨੁਕਸਾਨ ਹੋ ਰਿਹਾ ਹੈ। ਦੋਹਰਾ ਜਿਮ ਤੁਮ ਪ੍ਰਿਤਮੋ ਤੋ ਕਿਹੋ ਹਮ ਤੋਪਨ ਲਗਨ ਨਾ ਦੇਹ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਕਹਿਣ ਲੱਗੇ ਵੀ ਜਿਵੇਂ ਤੋਪਾਂ ਵੇਖ ਕਰਕੇ ਤੂੰ ਪਹਿਲਾਂ ਬਚਨ ਕੀਤਾ ਸੀ ਨਾ ਵੀ ਮੈਂ ਇੱਕ ਵੀ ਤੋਪ ਦਾ ਗੋਲਾ ਸਿੰਘਣ ਨੂੰ ਨਹੀਂ ਲੱਗਣ ਦਵਾਂਗਾ, ਅਸੀਂ ਤੈਨੂੰ ਯਾਦ ਕਰਾਉਂਦੇ ਹਾਂ। ਉਨਕੇ ਸ਼ਸਤਰ ਸੋ ਉਨ ਲਗੇ ਉਨਕੋ ਨਾਸ ਕਰੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਵੀ ਤੁਸਾਂ ਕਿਹਾ ਸੀ ਵੀ ਉਹਨਾਂ ਦੇ ਸ਼ਸਤਰਾਂ ਦੇ ਨਾਲ ਸਾਡਾ ਨੁਕਸਾਨ ਨਹੀਂ ਹੋਵੇਗਾ, ਤੁਰਕਾਂ ਦੇ ਸ਼ਸਤਰਾਂ ਦੇ ਨਾਲ ਨਾਸ਼ ਵੀ ਤੁਰਕਾਂ ਦਾ ਹੋਵੇਗਾ। ਸੋ ਜਿਹੜੇ ਬਚਨ ਕਹੇ ਸਨ ਖਾਲਸੇ ਪੰਥ ਨੂੰ,
ਹੁਣ ਉਹਨਾਂ ਬਚਨਾਂ ਨੂੰ ਪ੍ਰਤੱਖ ਕਰੋ। ਚੌਪਈ ਸਿੱਖ ਮਝੈਲਨ ਬੰਦੇ ਕਿਹੋ, ਜਿਹੜੇ ਮਾਝੇ ਦੇ ਸਿੰਘ ਸੀ ਮਝੈਲ ਸਿੰਘ, ਉਹ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਵੀ ਬੇਨਤੀ ਕਰਨ ਲੱਗੇ। ਅਮਲ ਰਹੇ ਤੁਮ ਬੈਠੇ ਰਹੋ, ਕਹਿਣ ਲੱਗੇ ਵੀ ਸਾਨੂੰ ਆਦੇਸ਼ ਦੇ, ਤੂੰ ਭਾਵੇਂ ਹਜੇ 4 ਘੜੀਆਂ ਦੀ ਉਡੀਕ ਕਰ, ਪਰ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਾਂਗੇ। ਬੰਦੇ ਛੱਡ ਕੇ ਚੇਲੇ ਭਾਗੇ, ਤੇ ਖਾਲਸਾ ਜੀ ਕਹਿਣ ਲੱਗੇ ਵੀ ਵੇਖ, ਜਿਹੜੇ ਵਜੀਦ ਖਾਨ ਨੇ ਭੇਜੇ ਸੀ ਉਹ ਤਾਂ ਛੱਡ ਕੇ ਭੱਜ ਗਏ, ਲੜੇ ਖਾਲਸੇ ਓਏ ਓਏ ਆਗੇ। ਤੇ ਹੁਣ ਜਿਹੜੇ ਗੁਰੂ ਕੇ ਖਾਲਸੇ ਨੇ ਉਹ ਭੱਜਣਗੇ ਨਹੀਂ, ਬੈਠਣਗੇ ਨਹੀਂ, ਬਲਕਿ ਰਣ ਤੱਤੇ ਦੇ ਅੰਦਰ ਅੱਗੇ ਹੋ ਕਰਕੇ ਲੜਨਗੇ। ਦੋਹਰਾ ਉੱਚੀ ਰੋੜੀ ਦੇਖ ਕੇ ਬੰਦਾ ਬੈਠਿਓ ਜਾਏ, ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਰਣਨੀਤੀ ਬਣਾਈ, ਖਾਲਸਾ ਪੰਥ ਜੂਝਣ ਲੱਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਉੱਚੀ ਜਿਹੀ ਟਿੱਬੀ ਵੇਖ ਕਰਕੇ ਉਸ ਉੱਚੀ ਟਿੱਬੀ ਦੇ ਉੱਤੇ ਜਾ ਕਰਕੇ ਬੈਠ ਗਏ। ਵਜੀਰੇ ਗੋਲਨ ਦਾਜ ਸਦ ਆਖਿਓ ਦੇਹੋ ਉਡਾਏ, ਤੇ ਜਦੋਂ ਵਜੀਦ ਖਾਨ ਨੇ ਵੇਖਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਉਸ ਉੱਚੀ ਟਿੱਬੀ ਦੇ ਉੱਤੇ ਬੈਠੇ ਹੋਏ ਨੇ, ਤੇ ਵਜੀਦ ਖਾਨ ਨੇ ਤੋਪਚੀ ਨੂੰ ਹੁਕਮ ਕੀਤਾ ਵੀ ਉਸ ਟਿੱਬੀ ਵੱਲ ਗੋਲਾ ਸੱਟ ਤੇ ਬੰਦਾ ਸਿੰਘ ਬਹਾਦਰ ਨੂੰ ਆਪਣੇ ਗੋਲੇ ਨਾਲ ਉਡਾ ਦੇ। ਚੁੱਪ ਕਰ ਬੰਦਾ ਬਹਿਰਿਓ ਪਰਿਓ ਲੜਾਈ ਗੜ, ਪਰ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਬੈਠ ਕਰਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਰਿਹਾ ਹੈ, ਤੇ ਇਧਰੋਂ ਖਾਲਸਾ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਹੈ। ਗੋਲੀ ਗੋਲੇ ਬਹੁ ਪਵੇ ਬੰਦਾ ਪਿਓ ਨਾ ਠਾੜ, ਕਹਿੰਦੇ ਨੇ ਸਾਰੇ ਪਾਸਿਓਂ ਗੋਲੀਆਂ ਦੀਆਂ ਬੋਸ਼ਾਰਾਂ, ਤੀਰਾਂ ਦੀਆਂ ਬੋਸ਼ਾਰਾਂ, ਗੋਲੀਆਂ ਦਾ ਮੀਂਹ ਵਰਦਾ, ਪਰ ਫਿਰ ਵੀ ਬੰਦਾ ਸਿੰਘ ਬਹਾਦਰ ਨੇ ਇੱਕ ਵੀ ਕਦਮ ਪਿਛਾਂ ਨੂੰ ਨਹੀਂ ਪਟਿਆ। ਚੌਪਈ ਤਬ ਲੋਗਨ ਕੋ ਚਿੰਤਾ ਪਰੀ, ਤੇ ਜਿਹੜੇ ਖਾਲਸਾ ਜੀ ਜੰਗ ਦਾ ਮੈਦਾਨ ਵੇਖ ਰਹੇ ਸਨ, ਉਧਰੋਂ ਵੀ ਹਥਿਆਰ ਚੱਲਦੇ, ਇਧਰੋਂ ਵੀ ਹਥਿਆਰ ਚੱਲਦੇ, ਕਹਿੰਦੇ ਲੋਕਾਂ ਨੂੰ ਬੜੀ ਚਿੰਤਾ ਪੈ ਗਈ, ਚਿੰਤਤ ਹੋ ਗਏ। ਬੰਦਾ ਬੈਠ ਇਹਾਂ ਰਹਿ ਮਰੀ, ਤੇ ਕਹਿਣ ਲੱਗੇ ਵੀ ਬੰਦਾ ਸਿੰਘ ਬਹਾਦਰ ਅਡੋਲ ਬੈਠਾ ਹੈ, ਇਹ ਸਮਾਂ ਜੰਗ ਦੇ ਮੈਦਾਨ ਵਿੱਚ ਜੂਝਣ ਦਾ ਹੈ, ਚੌਂਕੜੇ ਲਾਉਣ ਦਾ ਨਹੀਂ। ਜੇ ਚੌਂਕੜਾ ਲਾ ਕੇ ਬੈਠਾ ਰਿਹਾ ਤੇ ਮਾਰਿਆ ਜਾਵੇਗਾ। ਚੇਲੇ ਨੱਠ ਉੱਠ ਬੰਦੇ ਲੁਕੇ, ਤੇ ਕਹਿਣ ਲੱਗੇ ਵੀ ਜਿਹੜੇ ਵਜੀਦ ਖਾਨ ਨੇ ਭੇਜੇ ਸੀ ਉਹ ਤਾਂ ਆਪੇ ਹੀ ਭੱਜ ਗਏ, ਤੇ ਹੁਣ ਸਾਨੂੰ ਤਾਂ ਲੜਨਾ ਹੀ ਪੈਣਾ। ਬੋਲੇ ਸ਼ੁੰਕਤ ਸੁਣਤ ਨਾ ਸਕੇ, ਖਾਲਸਾ ਜੀ ਕਹਿੰਦੇ ਗੋਲੀਆਂ ਇਸ ਤਰ੍ਹਾਂ ਕੰਨਾਂ ਦੇ ਕੋਲੋਂ ਛੂੰਕਦੀਆਂ ਜਾਂਦੀਆਂ ਸੀ ਵੀ ਕੇਵਲ ਉਹੀ ਆਵਾਜ਼ ਸੁਣੀ ਜਾਂਦੀ ਸੀ, ਹੋਰ ਕੋਈ ਆਵਾਜ਼ ਨਹੀਂ ਸੀ ਸੁਣਨ ਵਿੱਚ ਆਉਂਦੀ। ਉਹ ਕਹੇ ਇਹ ਮਰ ਜਾਊਗਾ, ਤੇ ਖਾਲਸਾ ਜੀ ਕੁਝ ਕਹਿੰਦੇ ਵੀ ਇੱਥੇ ਸਿੰਘਾਂ ਨੇ ਢਹਿ ਢੇਰੀ ਹੋ ਜਾਣਾ ਹੈ, ਕਿਉਂਕਿ ਵਜੀਦ ਖਾਨ ਦੇ ਕੋਲ ਤੋਪਾਂ ਬਹੁਤ ਨੇ, ਬੰਦੂਕਾਂ ਬਹੁਤ ਨੇ। ਉਹ ਕਹੇ ਜਾਂ ਫਕੀਰ ਲੁਕ ਜਾਊਗਾ, ਤੇ ਕੋਈ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਕਹਿਣ ਲੱਗਾ ਵੀ ਫਕੀਰ ਹੈ, ਸਾਧ ਹੈ, ਭੱਜ ਜਾਵੇਗਾ, ਲੁਕ ਜਾਵੇਗਾ। ਉਹ ਕਹੇ ਹਮ ਹੀ ਕੁਖਵਾਰੀ, ਤੇ ਕਈ ਕਹਿੰਦੇ ਨੇ ਵੀ ਖੁਆਰ ਹੋ ਜਾਣਗੇ, ਸਾਰੇ ਆਪਸ ਵਿੱਚ ਖਿੰਡ ਪੁੰਡ ਜਾਣਗੇ। ਜਿਨ ਕੇ ਆਏ ਅਡੰਬਰ ਭਾਰੀ, ਸੋ ਕਹਿਣ ਲੱਗੇ ਵੀ ਅਡੰਬਰ ਕਰ ਰਿਹਾ ਹੈ, ਸ਼ਾਇਦ ਜੰਗ ਦੇ ਮੈਦਾਨ ਵਿੱਚ ਨਹੀਂ ਜੂਝਣਾ ਚਾਹੁੰਦਾ, ਸਾਰੇ ਆਪੋ ਆਪਣੀ ਮਤ ਦੇ ਮੁਤਾਬਕ ਕੋਈ ਨਾ ਕੋਈ ਵਿਚਾਰ ਰੱਖੀ ਜਾ ਰਹੇ, ਸਾਰੇ ਆਪੋ ਆਪਣੀ ਮਤ ਦੀ ਗੱਲ ਕਰ ਰਹੇ ਆ, ਪਰ ਕੋਈ ਵੀ ਰਣਨੀਤੀ ਨੂੰ ਸਮਝਣ ਦਾ ਯਤਨ ਨਹੀਂ ਕਰ ਰਿਹਾ ਵੀ ਰਣਨੀਤੀ ਕੀ ਵਰਤ ਰਹੀ ਹੈ। ਤਬੇ ਖਾਲਸੇ ਉਪਜਿਓ ਰੋਹੇ, ਤਾਂ ਉਦੋਂ ਫਿਰ ਜਦੋਂ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਸ਼ਸਤਰ ਚੱਲਦੇ, ਖਾਲਸੇ ਦੇ ਅੰਦਰ ਹੋਰ ਵੀ ਵੀਰ ਰਸ ਪੈਦਾ ਹੋਇਆ। ਲੜੇ ਖਾਲਸੋ ਆਗੇ ਹੋਏ, ਗੁਰੂ ਕਾ ਖਾਲਸਾ, ਗੁਰੂ ਕੇ ਸਿੰਘ ਅੱਗੇ ਹੋ ਕਰਕੇ ਖਾਲਸਾ ਜੀ ਤੋਪਾਂ ਦੇ ਸਾਹਮਣੇ ਜਾ ਕਰਕੇ ਆਪਣੀਆਂ ਛਾਤੀਆਂ ਡਾਉਂਦੇ ਨੇ, ਤੇ ਕਹਿੰਦੇ ਆ ਸਾਡੀ ਛਾਤੀ ਤੇ ਤੋਪ ਦਾ ਗੋਲਾ ਚਲਾ ਕੇ ਵੇਖ। ਇਹੋ ਖਾਲਸੇ ਤੁਮ ਟਿਕ ਬੈ ਰਹੋ, ਤੇ ਉਧਰੋਂ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਖਾਲਸੇ ਨੇ ਪੁਕਾਰ ਕੀਤੀ ਕਿ ਹੁਣ ਟਿਕਣ ਦਾ ਸਮਾਂ ਨਹੀਂ, ਲੜਨ ਦਾ ਸਮਾਂ ਹੈ। ਹਮ ਜੀਵਤ ਤੁਮ ਚਿੰਤ ਨਾ ਗਹੋ, ਕਹਿਣ ਲੱਗੇ ਵੀ ਅਸੀਂ ਜਦੋਂ ਤੱਕ ਜਿਉਂਦੇ ਆਂ ਉਦੋਂ ਤੱਕ ਜੂਝਦੇ ਰਵਾਂਗੇ, ਇਸ ਕਰਕੇ ਚਿੰਤਤ ਨਾ ਹੋ। ਤੁਮ ਉਨ ਕੀਓ ਦਗਾ ਦਗਬਾਜ, ਤੇ ਕਹਿਣ ਲੱਗੇ ਜਿਹੜੇ ਦਗਾਬਾਜ਼ ਸੀ, ਧੋਖੇਬਾਜ਼ ਸੀ, ਜਿਨ੍ਹਾਂ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਹੀ ਦੱਸਿਆ ਸੀ, ਕਹਿਣ ਲੱਗੇ ਉਹ ਵੇਖ ਉਹ ਭੱਜਦੇ ਨਜ਼ਰ ਆ ਰਹੇ ਨੇ। ਡਰ ਲੂਕ ਚੱਲਿਓ ਪਿੱਛੇ ਭਾਗ, ਜਿਹੜੇ ਲੁੱਟਣ ਵਾਸਤੇ ਆਏ ਸਨ ਉਹ ਤੋਪਾਂ ਦੇ ਗੋਲੇ ਵੇਖ ਕੇ ਡਰ ਕੇ ਪਿਛਾਂ ਨੂੰ ਭੱਜ ਗਏ। ਘੋੜੇ
ਤੇ ਗਿਰ ਸੋ ਮਰ ਗਿਓ। ਪਰ ਕਹਿੰਦੇ ਜਿਹੜਾ ਬਹਿਰੂਪੀਆ ਵਜੀਦ ਖਾਨ ਨੇ ਭੇਜਿਆ ਸੀ ਨਾ ਬੰਦਾ ਸਿੰਘ ਬਹਾਦਰ ਨੂੰ ਲੁੱਟਣ ਵਾਸਤੇ, ਫੜਨ ਵਾਸਤੇ, ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਤੂੰ ਆਪਣੀ ਮੌਤ ਮਰ ਜਾਣਾ, ਮੈਂ ਤੈਨੂੰ ਕੁਝ ਵੀ ਨਹੀਂ ਕਵਾਂਗਾ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੋਖਾ ਦੇ ਕਰਕੇ ਉਹ ਛਲੀਏ ਬਹਿਰੂਪੀਏ ਸਿਪਾਹੀ ਭੱਜਣ ਲੱਗੇ, ਕਹਿੰਦੇ ਨੇ ਤੋਪਾਂ ਦੇ ਗੋਲਿਆਂ ਦੀ ਆਵਾਜ਼ ਦੇ ਡਰ ਦੇ ਨਾਲ ਆਪਣੇ ਘੋੜਿਆਂ ਤੋਂ ਗਿਰ ਕਰਕੇ ਉੱਥੇ ਹੀ ਮੌਤ ਹੋ ਗਈ, ਉੱਥੇ ਹੀ ਮਰ ਗਏ, ਆਪਣੀ ਮੌਤ ਆਪੇ ਹੀ ਮਰ ਗਏ। ਜਿਹੜੇ ਦਗਾਬਾਜ਼ ਸੀ, ਧੋਖਾ ਦੇਣ ਆਏ ਸੀ, ਉਹਨਾਂ ਦੇ ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲ ਗਈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਜੋ ਕੀਤਾ ਸੀ, ਜੋ ਬੀਜਿਆ ਸੀ, ਉਹ ਵੱਢਣਾ ਪੈ ਗਿਆ। ਕਹਿੰਦੇ ਭੱਜੇ ਜਾਨ ਬਚਾਉਣ ਨੂੰ ਧੋਖਾ ਦੇ ਕਰਕੇ, ਪਰ ਘੋੜਿਆਂ ਤੋਂ ਗਿਰ ਕੇ ਖੁਦ ਹੀ ਮਰ ਗਏ, ਮੌਤ ਨੂੰ ਪ੍ਰਾਪਤ ਹੋ ਗਏ। ਉਨ ਜੋ ਕੀਤੋ ਸੋਇ ਉਨ ਪਿਓ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਉਹਨਾਂ ਨੇ ਕੀਤਾ ਸੀ, ਬੀਜਿਆ ਸੀ, ਉਹ ਉਹਨਾਂ ਨੂੰ ਵੱਢਣਾ ਪੈ ਗਿਆ। ਦੋਹਰਾ ਹਸ ਬੰਦੇ ਘੋੜੋ ਮੰਗਿਓ, ਕਹਿ ਮਾਲਕ ਪਹੁੰਚਿਓ ਆਏ। ਬਸ ਇੰਨੇ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰੂਰ ਚੜਿਆ। ਵੀਰ ਰਸ ਦੇ ਵਿੱਚ ਇੱਕ ਇਲਾਹੀ ਮੁਸਕਰਾਹਟ ਦੇ ਨਾਲ ਕਿਹਾ, ਲਿਆਓ ਸਿੰਘੋ ਮੇਰਾ ਘੋੜਾ ਲਿਆਓ। ਘੋੜੇ ਤੇ ਕਾਠੀ ਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਘੋੜੇ ਤੇ ਸਵਾਰ ਹੋਇਆ। ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾਇਆ ਤੇ ਕਿਹਾ ਕਿ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਨੇ। ਹੁਣ ਜੰਗ ਦੇ ਮੈਦਾਨ ਵਿੱਚ ਜਾ ਕੇ ਮੈਂ ਜੂਝ ਕੇ ਵਜੀਦ ਖਾਂ ਦਾ ਸੋਧਾ ਲਾਵਾਂਗਾ। ਮਾਰੋ ਲੇਵੋ ਲੂਟ ਕੇ ਦਿਓ ਸੋ ਤੀਰ ਚਲਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਦੇਸ਼ ਕਰ ਦਿੱਤਾ, ਖਾਲਸਾ ਜੀ ਕਲਗੀਆਂ ਵਾਲੇ ਦੀ ਰਹਿਮਤ ਵਰਤਣ ਲੱਗ ਪਈ ਹੈ, ਲੁੱਟ ਲਓ ਵਜੀਦ ਖਾਂ ਦੀ ਫੌਜ ਨੂੰ। ਇੰਨਾ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ 5 ਤੀਰਾਂ ਦੇ ਵਿੱਚੋਂ ਇੱਕ ਤੀਰ ਭੱਥੇ ਦੇ ਵਿੱਚੋਂ ਕੱਢ ਕੇ ਵਜੀਦ ਖਾਂ ਦੀ ਫੌਜ ਵੱਲ ਇੱਕ ਹੀ ਤੀਰ ਛੱਡਿਆ। ਚੋਪਈ ਚਲਤ ਤੀਰ ਉਨ ਘਟਾ ਉਠਾਇਓ। ਕਹਿੰਦੇ ਜਿਵੇਂ ਹੀ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਂ ਦੀ ਫੌਜ ਵੱਲ ਛੱਡਿਆ, ਕਹਿੰਦੇ ਤੀਰ ਇੰਨੀ ਕਿ ਤੇਜ਼ੀ ਨਾਲ ਵਧਿਆ, ਇਸ ਤਰ੍ਹਾਂ ਛੂਕਦਾ ਗਿਆ ਤੀਰ ਕਿ ਸਾਰੇ ਪਾਸੇ ਹੀ ਘਟਾ, ਸਾਰੇ ਪਾਸੇ ਮਿੱਟੀ ਉੱਡਣ ਲੱਗ ਪਈ, ਸਾਰੇ ਪਾਸੇ ਹਨੇਰ ਹੋ ਗਿਆ। ਮਾਨੋ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੀਰ ਦੇ ਚੱਲਣ ਦੇ ਨਾਲ ਤੂਫਾਨ ਆ ਗਿਆ ਹੋਵੇ। ਤੁਰਕਨ ਕੀ ਸੋ ਅੱਖੀ ਪਾਇਓ। ਇੱਕ ਹੀ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਇਆ, ਇੰਨਾ ਹਨੇਰ ਆਇਆ ਕਿ ਘੱਟਾ ਮਿੱਟੀ ਉੱਡ ਕਰਕੇ ਉਹਨਾਂ ਵਜੀਦ ਖਾਂ ਦੀ ਫੌਜ ਦੀ ਅੱਖਾਂ ਦੇ ਵਿੱਚ ਉਹ ਸਾਰੀ ਮਿੱਟੀ ਪੈ ਗਈ। ਉਸੀ ਘਟੇ ਸੋ ਅੰਦੇ ਭਏ। ਕਹਿੰਦੇ ਇੰਨਾ ਹਨੇਰ ਚੱਲਿਆ ਕਿ ਸਾਰੀ ਫੌਜ ਅੰਨੀ ਹੋ ਗਈ, ਆਪਸ ਵਿੱਚ ਲੜ ਕੇ ਮਰ ਗਏ। ਤੇ ਜਦੋਂ ਹਨੇਰ ਵਗ ਰਿਹਾ ਸੀ, ਘੱਟਾ ਮਿੱਟੀ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਤੁਰਕਾਂ ਦੀ ਫੌਜ ਨੂੰ ਵੀ ਸ਼ਸਤਰ ਕਿਦੇ ਤੇ ਚਲਾ ਰਹੇ ਨੇ। ਖਾਲਸਾ ਜੀ ਆਪਸ ਵਿੱਚ ਹੀ ਮੁਗਲ ਹਕੂਮਤ ਦੇ ਸਿਪਾਹੀ ਇੱਕ ਦੂਸਰੇ ਨੂੰ ਵੱਢਣ ਲੱਗ ਪਏ, ਇੱਕ ਦੂਸਰੇ ਤੇ ਹਥਿਆਰ ਚਲਾਉਣ ਲੱਗ ਪਏ। ਨਹੀਂ ਹਕਾਰ ਖਾਲਸੇ ਦਿਓ। ਤੇ ਉੱਥੇ ਹੀ ਖਾਲਸਾ ਪੰਥ ਨੇ ਖਾਲਸਾ ਜੀ ਲੜਾਈ ਨੂੰ ਜਿੱਤਿਆ ਤੇ ਨਾਲੇ ਵਜੀਦ ਖਾਨ ਨੂੰ ਲਲਕਾਰਿਆ। ਜਨ ਸਿੱਧ ਇੱਜੜ ਸ਼ੇਰ ਸੁਭਿਓ। ਕਹਿੰਦੇ ਜਦੋਂ ਵਜੀਦ ਖਾਨ ਨੂੰ ਗੁਰੂ ਕੇ ਖਾਲਸਿਆਂ ਨੇ ਲਲਕਾਰਿਆ ਤੇ ਕਿਹਾ, ਪਾਪੀਆ ਆ ਗੁਰੂ ਕੇ ਸਿੰਘ ਨਹੀਂ, ਘੋੜਿਆਂ ਤੇ ਸਵਾਰ ਹੋ ਕਰਕੇ ਤੇਰੀ ਮੌਤ ਆ ਰਹੀ ਹੈ, ਤੂੰ ਜਿੰਨਾ ਭੱਜ ਸਕਦਾ ਭੱਜ ਕੇ ਵੇਖ, ਅੱਜ ਤੈਨੂੰ ਉਸ ਜਮਾ ਦੀ ਮਾਰ ਤੋਂ ਕੋਈ ਬਚਾ ਨਹੀਂ ਸਕਦਾ। ਜਦੋਂ ਜਕਾਰੇ ਗਜਾਏ, ਕਹਿੰਦੇ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬੱਬਰ ਸ਼ੇਰ ਨੇ ਦਹਾੜ ਮਾਰੀ ਹੋਵੇ। ਜੋ ਤੁਰਕਨ ਲੱਭੇ ਸਰਦਾਰ। ਕਹਿੰਦੇ ਜਿਹੜੇ ਮੁਗਲ ਹਕੂਮਤ ਦੇ ਸਰਦਾਰ ਸੀ, ਜਿਹੜੇ ਜਰਨੈਲ ਸੀ, ਤੇਉ ਖਾਲਸੇ ਦੀਨੇ ਮਾਰ। ਸਭ ਤੋਂ ਪਹਿਲਾਂ ਗੁਰੂ ਕਿਆਂ ਸਿੰਘਾਂ ਨੇ ਮੁਗਲ ਹਕੂਮਤ ਦੇ ਜਰਨੈਲ ਮਾਰੇ, ਜਿਹੜੇ ਉਹਨਾਂ ਦੇ ਸਰਦਾਰ ਸੀ, ਆਗੂ ਸੀ। ਗੁਰੂ ਕੇ ਖਾਲਸਿਆਂ ਨੇ ਚੁਣ ਚੁਣ ਕਰਕੇ ਉਹਨਾਂ ਦੇ ਜਰਨੈਲ ਮਾਰਨੇ ਸ਼ੁਰੂ ਕਰ ਦਿੱਤੇ। ਹਾਂ ਵਜ਼ੀਰਾ ਸਸਕਤ ਪਿਆ। ਤੇ ਕਹਿੰਦੇ ਜਦੋਂ ਵਜੀਦ ਖਾਨ ਨੇ ਵੇਖਿਆ ਵੀ ਜਰਨੈਲ ਮਰਨ ਲੱਗ ਪਏ ਨੇ, ਜਦੋਂ ਵਜੀਦ ਖਾਨ ਨੇ ਵੇਖਿਆ ਫੌਜਾਂ ਦਾ ਨੁਕਸਾਨ ਹੋ ਰਿਹਾ, ਤੋਪਾਂ ਦੇ ਵੀ ਮੂੰਹ ਭੰਨੇ ਗਏ, ਸਹਿਕਦਾ ਹੋਇਆ, ਸਹਿਮਿਆ ਹੋਇਆ ਪਿਛਾਂਹ ਨੂੰ ਭੱਜਣ ਲੱਗਾ।
ਕਿਲਾ ਗੱਡ ਕੋ ਅੱਗੇ ਕਿਆ। ਤੇ ਕਹਿੰਦੇ ਇਧਰੋਂ ਗੁਰੂ ਕਿਆਂ ਸਿੰਘਾਂ ਨੇ ਦੂਰੋਂ ਬਰਸ਼ੇ ਚਲਾਉਣੇ ਸ਼ੁਰੂ ਕੀਤੇ। ਕਹਿੰਦੇ ਜਿਵੇਂ ਕਿੱਲੇ ਗੱਡ ਦਿੱਤੇ ਹੁਣ ਆਲੇ ਦੁਆਲੇ, ਇਸ ਤਰ੍ਹਾਂ ਵਜੀਦ ਖਾਂ ਦੇ ਆਲੇ ਦੁਆਲੇ ਕਿੱਲੇ ਗੱਡ ਦਿੱਤੇ, ਬਰਸ਼ੇ ਗੱਡ ਦਿੱਤੇ, ਇੱਕ ਚੱਕਰ ਵੀ ਬਣਾ ਲਿਆ। ਬੰਦੇ ਵਹਿੜਨ ਸਾਥ ਗਿਸ ਖੜਾਇਆ। ਤੇ ਕਹਿੰਦੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਆਏ। ਬਾਬਾ ਬੰਦਾ ਸਿੰਘ ਬਹਾਦਰ ਨੇ ਘੋੜੇ ਮਗਰ ਬੰਨ ਕੇ ਵਜੀਦ ਖਾਨ ਨੂੰ ਸਾਰੇ ਸ਼ਹਿਰ ਦਾ ਗੇੜਾ ਲਵਾਇਆ। ਤੇ ਉਸ ਤੋਂ ਬਾਅਦ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਨੇ ਜਿੱਥੇ ਰੁਕਣਾ ਵਜੀਦ ਖਾਨ ਦੇ ਚਿਹਰੇ ਦੇ ਉੱਤੇ, ਮੂੰਹ ਦੇ ਉੱਤੇ ਚੰਗਾ ਚਾਂਟਾ ਛਕਾਉਣਾ। ਥੱਪੜ ਮਾਰ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਦਾ ਸਿਰ ਗੰਜਾ ਕਰ ਦਿੱਤਾ ਤੇ ਚੁਣ ਚਣ ਕੇ ਉਹਦੇ ਪਾਪਾਂ ਦੀ ਸਜ਼ਾ ਉਹਨੂੰ ਦਿੱਤੀ। ਕਹਿੰਦੇ ਇਸ ਤਰ੍ਹਾਂ ਸਹਿਕਦਾ ਸਹਿਮਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਮੇਰੀਆਂ ਭੁੱਲਾਂ ਬਖਸ਼ੋ। ਕਹਿਣ ਲੱਗੇ ਪਾਪੀਆ ਤੇਰੀਆਂ ਭੁੱਲਾਂ ਹੁਣ ਕੇਵਲ ਤੇ ਕੇਵਲ ਦਰਗਾਹ ਵਿੱਚ ਜਾ ਕੇ ਲੇਖੇ ਜੋਖੇ ਹੋਣਗੇ। ਅਸੀਂ ਤੈਨੂੰ ਦਰਗਾਹ ਤੱਕ ਪਹੁੰਚਾਉਣਾ, ਖੁਦਾ ਦੀ ਦਰਗਾਹ ਵਿੱਚ ਜਾ ਕੇ ਤੇਰਾ ਹਿਸਾਬ ਕਿਤਾਬ ਹੋਵੇਗਾ। ਫੇਰ ਅਗਨ ਮੈਂ ਉਸੇ ਸੜਾਇਆ। ਕਹਿੰਦੇ ਘੋੜੇ ਪਿੱਛੇ ਬੰਨ ਕੇ ਸਾਰੇ ਸ਼ਹਿਰ ਦਾ ਗੇੜਾ ਲਵਾਉਣ ਤੋਂ ਬਾਅਦ, ਚੰਗਾ ਚਾਟਾ ਛਕਾਉਣ ਤੋਂ ਬਾਅਦ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਉਂਦੇ ਨੂੰ ਫਿਰ ਅੱਗ ਦੇ ਵਿੱਚ ਸਾੜ ਦਿੱਤਾ। ਦੋਰਾ ਇਤੀ ਵਜੀਰਾ ਮਾਰਿਓ ਜੇਠ ਸੁਦੀ ਕੇ ਮਾਹੇ। ਸੋ ਖਾਲਸਾ ਜੀ ਜੇਠ ਦਾ ਮਹੀਨਾ ਤੇ ਸੁਦੀ ਦਾ ਦਿਹਾੜਾ, ਜੇਠ ਮਹੀਨੇ ਦੀ ਸੁਦੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ, ਗੁਰੂ ਕੇ ਖਾਲਸਿਆਂ ਨੇ, ਗੁਰੂ ਕੇ ਸਿੰਘਾਂ ਨੇ ਖਾਲਸਾ ਜੀ ਵਜੀਦ ਖਾਨ ਦਾ ਸੋਧਾ ਲਾਇਆ। 17 ਸੈ 67 ਸੇ ਚਪੜ ਚਿੜੀ ਕੇ ਪਾਏ। ਜਿਹੜਾ ਚੱਪੜ ਚਿੜੀ ਦਾ ਜੰਗ ਦਾ ਮੈਦਾਨ ਹੈ 1767 ਬਿਕਰਮੀ ਸੰਮਤ ਨੂੰ ਗੁਰੂ ਕਿਆਂ ਸਿੰਘਾਂ ਨੇ ਵਜੀਦ ਖਾਨ ਦਾ ਸੋਧਾ ਲਾਇਆ। ਜੇਠ ਦਾ ਮਹੀਨਾ ਸੀ, ਸੁਦੀ ਦਾ ਦਿਨ ਸੀ ਖਾਲਸਾ ਜੀ। ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੈ ਅਤੇ ਅੱਜ ਵੀ ਹਰ ਸਾਲ ਉਸ ਅਸਥਾਨ ਤੋਂ ਚੱਪੜ ਚਿੜੀ ਦੇ ਮੈਦਾਨ ਤੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਗੁਰੂ ਕਾ ਖਾਲਸਾ ਪੰਥ ਇੱਕ ਫਤਿਹ ਮਾਰਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਰੰਭ ਕਰਦਾ ਹੈ, ਜਿਸ ਦੀ ਸਮਾਪਤੀ ਫਿਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕਰਕੇ ਹੁੰਦੀ ਹੈ। ਤੇ ਜਿਸ ਥੇ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਸਾਹਿਬ ਚਲਾਇਆ ਸੀ, ਉਹ ਥੇ ਅੱਜ ਵੀ ਮੌਜੂਦ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਉੱਥੇ ਮੌਜੂਦ ਹੈ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਹੈ। ਅੱਜ ਵੀ ਹਰ ਸਾਲ ਉੱਥੇ ਗੁਰੂ ਕਾ ਖਾਲਸਾ ਪੰਥ ਨਿਹੰਗ ਸਿੰਘਾਂ ਦੇ ਦਲ ਪੰਥ ਘੋੜੇ ਲੈ ਕਰਕੇ, ਹਾਥੀ ਲੈ ਕਰਕੇ ਉਸ ਇਤਿਹਾਸ ਨੂੰ ਤਰੋ ਤਾਜ਼ਾ ਕਰਦੇ ਹੋਏ ਅੱਜ ਵੀ ਥੇ ਤੇ ਜਾ ਕੇ ਨਿਸ਼ਾਨ ਸਾਹਿਬ ਚਲਾਉਂਦੇ ਨੇ ਤੇ ਮਹੱਲੇ ਕੱਢਦੇ ਨੇ ਤੇ ਬਾਅਦ ਵਿੱਚ ਸ਼ਸਤਰ ਵਿਦਿਆ ਦੀ ਪ੍ਰਦਰਸ਼ਨੀ ਕਰਦੇ ਨੇ। ਦੋਹਰਾ ਸ਼ਹਿਰ ਮੈਂ ਦਾਖਲ ਕੀਓ ਬਾਜ ਸਿੰਘ ਜਹ ਨਾਮ। ਹੁਣ ਭਾਈ ਬਾਜ ਸਿੰਘ ਜੀ ਫੌਜ ਵਿੱਚ ਅੱਗੇ ਹੋ ਕੇ ਲੜੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਫੌਜਦਾਰ ਥਾਪਿਆ ਖਾਲਸਾ ਜੀ। ਤੇ ਭਾਈ ਬਾਜ ਸਿੰਘ ਫੌਜ ਦੀ ਅਗਵਾਈ ਕਰਦੇ ਹੋਏ ਸਰਹੰਦ ਸ਼ਹਿਰ ਦੇ ਵਿੱਚ ਦਾਖਲ ਹੋਏ। ਜਾਤ ਬਲ ਜੱਟ ਬੰਸਥੋ ਮੀਰ ਪੱਟੀ ਉਸ ਗ੍ਰਾਮ। ਸੋ ਮੀਰਪੁਰ ਪੱਟੀ ਦੇ ਕੋਲ ਪਿੰਡ ਹੈ। ਬਲ ਗੋਤ ਦੇ ਇਹ ਜਨਮ ਇਹਨਾਂ ਦਾ ਬਲ ਗੋਤ ਵਿੱਚ ਹੋਇਆ। ਉਹਦਾ ਜ਼ਿਕਰ ਭਾਈ ਰਤਨ ਸਿੰਘ ਭੰਗੂ ਇਤਿਹਾਸ ਵਿੱਚ ਕਰਦੇ ਨੇ। ਜੋ ਪਈ ਥੋ ਬੰਦੇ ਨੇ ਦੀਵਾਨ ਬਣਾਇਆ। ਸੋ ਖਾਲਸਾ ਜੀ ਭਾਈ ਬਾਜ ਸਿੰਘ ਨੂੰ ਬੰਦਾ ਸਿੰਘ ਬਹਾਦਰ ਨੇ ਆਗੂ ਬਣਾ ਦਿੱਤਾ, ਸੂਬੇਦਾਰ ਬਣਾ ਦਿੱਤਾ। ਲੱਭਿਓ ਮਾਲ ਸਭ ਉਸ ਸੋਮ ਪਾਇਆ। ਤੇ ਜਦੋਂ ਖਾਲਸਾ ਪੰਥ ਸਰਹੰਦ ਵਿੱਚ ਦਾਖਲ ਹੋਇਆ, ਸਰਹੰਦ ਇੱਕ ਹਿਸਾਬ ਦੀ ਰਾਜਧਾਨੀ ਮੰਨੀ ਜਾਂਦੀ ਸੀ ਖਾਲਸਾ ਜੀ, ਮੁਗਲ ਹਕੂਮਤ ਦੀ। ਤੇ ਕਹਿੰਦੇ ਜਿੰਨਾ ਵੀ ਕਿਲੇ ਦੇ ਵਿੱਚ ਸ਼ਾਹੀ ਖਜ਼ਾਨਾ ਸੀ, ਸਾਰਾ ਸ਼ਾਹੀ ਖਜ਼ਾਨਾ ਭਾਈ ਬਾਜ ਸਿੰਘ ਨੂੰ ਖਾਲਸੇ ਪੰਥ ਨੂੰ ਸੌਂਪ ਦਿੱਤਾ। ਭਾਰੇ ਭਾਈ ਤੇ ਅਤ ਸੂਰੇ। ਕਹਿੰਦੇ ਭਾਈ ਬਾਜ ਸਿੰਘ ਹੋਣੀ ਇਹ ਚਾਰ ਭਰਾ ਸਨ, ਬੜੇ ਯੋਧੇ ਸਨ, ਬੜੇ ਸੂਰਮੇ ਸਨ। ਦੋਏ ਠਾਣੀ ਦੋਏ ਰਹੇ ਹਜੂਰੇ। ਕਹਿੰਦੇ ਨੇ ਦੋਵੇਂ ਭਰਾ ਭਾਈ ਸ਼ਾਮ ਸਿੰਘ ਤੇ ਭਾਈ ਬਾਜ ਸਿੰਘ ਖਾਲਸਾ ਜੀ, ਇਹਨਾਂ ਨੂੰ ਸੂਬੇਦਾਰ ਬਣਾਇਆ, ਇੱਕ ਨੂੰ ਨਾਇਬ ਸੂਬੇਦਾਰ ਬਣਾਇਆ, ਇੱਕ ਨੂੰ ਵੱਡਾ ਤੇ ਇੱਕ ਨੂੰ ਛੋਟਾ। ਜਿਵੇਂ ਆਪਾਂ ਅੱਜ ਦੀ ਭਾਸ਼ਾ ਦੇ ਵਿੱਚ ਸੀਐਮ ਕਹਿ ਦਿੰਦੇ ਆ ਤੇ ਫਿਰ ਡਿਪਟੀ ਸੀਐਮ ਕਹਿ ਦਿੰਦੇ ਆ। ਸੋ ਇਹ ਉਹਦਾ ਇਹਨਾਂ ਨੂੰ ਸਰਹੰਦ ਦੀ ਧਰਤੀ ਤੇ ਮਿਲਿਆ ਤੇ ਇਸ ਤਰ੍ਹਾਂ ਇਹਨਾਂ ਨੇ ਖਾਲਸਾ ਜੀ ਸਰਹੰਦ ਸ਼ਹਿਰ ਨੂੰ ਲੁੱਟਿਆ। ਦੋਹਰਾ ਬਾਜ ਸਿੰਘ ਓ ਰਾਮ ਸਿੰਘ ਕੋਇਰ ਸਿੰਘ ਸਿਆਮ।
ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਕੋਇਰ ਸਿੰਘ, ਭਾਈ ਸ਼ਾਮ ਸਿੰਘ, ਇਹ 4 ਭਰਾ ਸਨ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਕੱਠਿਆਂ ਨੂੰ ਹਜੂਰ ਸਾਹਿਬ ਤੋਂ ਭੇਜਿਆ ਸੀ। ਤਿਨ ਕੋ ਬਾਵਨੀ ਸਭ ਦਈ, ਉਹ ਦਿਓ ਬੰਦੇ ਸਭ ਕਾਮ। ਸੋ ਖਾਲਸਾ ਜੀ ਸਰਹੰਦ ਸ਼ਹਿਰ ਦੇ ਵਿੱਚ 52 ਲੱਖ ਦੀ ਉਗਰਾਹੀ ਹੁੰਦੀ ਸੀ। ਉਸ ਸਮੇਂ ਦਾ 52 ਲੱਖ ਅੱਜ ਦੇ ਵਿੱਚ ਕਿੰਨੀ ਕੀਮਤ ਰੱਖਦਾ ਹੋਵੇਗਾ, ਉਹ ਸਾਰੀ ਇਹਨਾਂ ਭਰਾਵਾਂ ਨੂੰ ਸੌਂਪ ਦਿੱਤੀ। ਚੌਪਈ ਆਲੀ ਸਿੰਘ ਨਾਇਬ ਠਹਿਰਾਇਆ। ਭਾਈ ਆਲੀ ਸਿੰਘ ਜੀ ਨੂੰ ਉਹਨਾਂ ਨੂੰ ਕਹਿ ਲਈਏ ਵੀ ਛੋਟਾ ਸੂਬੇਦਾਰ ਥਾਪ ਦਿੱਤਾ, ਮੁਲਕ ਬਾਵਨੀ ਉਹਨੇ ਉਗਰਾਇਆ। ਤੇ ਇਹ ਉਹਨਾਂ ਦੀ ਖਾਲਸੇ ਪੰਥ ਵੱਲੋਂ ਜ਼ਿੰਮੇਵਾਰੀ ਲੱਗ ਗਈ ਕਿ ਜੋ ਸਰਹੰਦ ਸ਼ਹਿਰ ਦੀ ਉਗਰਾਹੀ ਹੈ 52 ਲੱਖ ਦੀ, ਉਹ ਤੁਸਾਂ ਨੇ ਕਰਕੇ ਲਿਆਉਣੀ ਹੈ। ਬੰਦਾ ਸਰਹੰਦੇ ਦਾਖਲ ਭਿਓ। ਹੁਣ ਬਾਬਾ ਬੰਦਾ ਸਿੰਘ ਬਹਾਦਰ ਵੀ ਸਰਹੰਦ ਦੀ ਧਰਤੀ ਤੇ ਦਾਖਲ ਹੋਏ ਵਜ਼ੀਰੇ ਮਾਲ ਸੋ ਬੰਦਬਸਤ ਕਯੋ। ਤੇ ਵਜੀਦ ਖਾਨ ਨੂੰ ਮਾਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਹੀ ਖਜ਼ਾਨੇ ਦਾ ਬੰਦੋਬਸਤ ਕੀਤਾ। ਜਿਹੜੀ ਆਮ ਪ੍ਰਜਾ, ਆਮ ਜਨਤਾ ਸਰਹੰਦ ਦੀ ਧਰਤੀ ਤੇ ਵਸਦੀ ਸੀ, ਉਹਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ। ਜਿਨ੍ਹਾਂ ਉੱਤੇ ਅਤਿਆਚਾਰ ਹੋ ਰਿਹਾ ਸੀ, ਜਿਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਬੰਦੀ ਬਣਾਇਆ ਗਿਆ ਸੀ ਬੰਦੀ ਖਾਨੇ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਰਿਹਾ ਕੀਤਾ। ਹਰ ਇੱਕ ਨੂੰ ਉਸ ਦੇ ਹੱਕ ਦਿੱਤੇ ਤੇ ਸਾਰਾ ਸ਼ਾਹੀ ਖਜ਼ਾਨਾ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਸ਼ਹਿਰ ਰੁਕਿਓ ਸੋ ਲੁਟਿਓ ਨਹੀਂ। ਪਰ ਕਹਿੰਦੇ ਨੇ ਜਦੋਂ ਸ਼ਹਿਰ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਥੇ ਤੇ ਕੀਤਾ। ਪਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸਨ ਕਿ ਗਧਿਆਂ ਦੇ ਨਾਲ ਹਲ ਚਲਾ ਕਰਕੇ ਇਸ ਧਰਤੀ ਨੂੰ ਪੁੱਠਾ ਕਰ ਦੇਣਾ, ਜਮਨਾ ਵਿੱਚ ਵਗਾ ਦੇਣਾ, ਹਜੇ ਉਹ ਬਚਨ ਦਾ ਪਹਿਰਾ ਨਹੀਂ ਸੀ ਦਿੱਤਾ। ਇਸ ਬਚਨ ਦਾ ਪਹਿਰਾ ਫਿਰ ਆਉਣ ਵਾਲੇ ਸਮੇਂ ਵਿੱਚ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ, ਜਿਨ੍ਹਾਂ ਨੇ ਦੂਸਰੀ ਵਾਰ ਸਰਹੰਦ ਨੂੰ ਫਤਿਹ ਕੀਤਾ, ਉਹਨਾਂ ਸਰਹੰਦ ਫਤਿਹ ਕਰਕੇ ਗਧਿਆਂ ਦੇ ਨਾਲ ਹਲ ਚਲਾਏ ਸੀ। ਚੂਕ ਗਿਓ ਸੋ ਵਕਤ ਪਛਤਾਈ। ਸੋ ਬੰਦਾ ਸਿੰਘ ਬਹਾਦਰ ਨੇ ਉਸ ਵਕਤ ਇਹ ਜਿਹੜਾ ਕਿ ਸ਼ਹਿਰ ਦੇ ਉੱਤੇ ਗਧਿਆਂ ਦੇ ਹਲ ਨਹੀਂ ਚਲਾਏ, ਉਹ ਸਮਾਂ ਛੱਡ ਦਿੱਤਾ। ਸਤਿਗੁਰ ਬਚਨ ਤੋਂ ਸ਼ਹਿਰ ਉਜਾੜੋਨ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਜੋ ਬਚਨ ਸਨ, ਉਹ ਬਚਨਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ, ਬਲਕਿ ਸ਼ਹਿਰ ਨੂੰ ਅੱਧਾ ਥੇ ਕੀਤਾ ਸੀ। ਲੂਟ ਕੂਟ ਭੋਏ ਸੰਗ ਮਿਲਾਵਨ। ਕਿ ਗਧਿਆਂ ਨਾਲ ਹਲ ਚਲਾ ਕਰਕੇ ਇਹਨਾਂ ਦੇ ਪਾਪ ਦੀ ਧਰਤੀ ਨੂੰ ਪੁੱਠਿਆਂ ਕਰ ਦੇਣਾ, ਤੇ ਜੋ ਸਰਹੰਦ ਸ਼ਹਿਰ ਦੀ ਥੇ ਦੀਆਂ ਇੱਟਾਂ ਨੇ ਉਹ ਜਮਨਾ ਦਰਿਆ ਵਿੱਚ ਵਗਾ ਦੇਣੀਆਂ। ਸੋਰਠਾ ਭੂਲ ਗਿਓ ਵੈਕਾਰ, ਸਤਿਗੁਰ ਭੇਜਿਓ ਜਿਮ ਕਹੀ। ਸੋ ਕਹਿ ਲੋ ਵੀ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪਾਉਣ ਤੋਂ ਬਾਅਦ ਅਗਾਂਹ ਪਹਾੜੀ ਰਾਜਿਆਂ ਉੱਤੇ ਹਮਲਾ ਕਰਨ ਦੀ ਰਣਨੀਤੀ ਬਣਾਉਂਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਮਾਂ ਛੱਡ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਬਚਨ ਨੂੰ ਪੂਰੀ ਤਰ੍ਹਾਂ ਸੰਪੂਰਨ ਨਹੀਂ ਕੀਤਾ। ਉਹੀ ਭਿਓ ਖੁਆਰ, ਸ਼ਹਿਰ ਸਰਾਪਿਓ ਨ ਰੱਖਿਓ। ਪਰ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਜੋ ਬਚਨ ਸਨ ਉਹ ਪ੍ਰਤੱਖ ਹੋਣੇ ਸਨ। ਇਸ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਇਹਨਾਂ ਬਚਨਾਂ ਤੇ ਪਹਿਰਾ ਦਿੱਤਾ ਸੀ। ਚੌਪਈ ਬੰਦੇ ਸ਼ਹਿਰ ਸੋ ਰੱਖਿਓ ਬਚਾਈ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਸ਼ਹਿਰ ਨੂੰ ਨਹੀਂ ਮਾਰਿਆ। ਜਿਹੜੇ ਆਮ ਲੋਕ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ, ਔਰ ਜੋ ਧਾਰਮਿਕ ਸਥਾਨ ਸਨ, ਮਸਜਿਦਾਂ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਮਸਜਿਦਾਂ ਨੂੰ ਵੀ ਜਾ ਕਰਕੇ ਛੇੜਿਆ ਨਹੀਂ। ਕਿਉਂਕਿ ਖਾਲਸੇ ਦਾ ਧਰਮ ਨਾਲ ਕਿਸੇ ਨਾਲ ਵੈਰ ਨਹੀਂ, ਵੈਰ ਕੇਵਲ ਤੇ ਕੇਵਲ ਪਾਪ ਨਾਲ ਤੇ ਜ਼ੁਲਮ ਨਾਲ ਹੈ। ਸੋ ਆਮ ਲੋਕਾਂ ਨੂੰ ਤੇ ਖਾਲਸਾ ਜੀ ਮਸੀਤਾਂ ਨੂੰ, ਜੋ ਧਾਰਮਿਕ ਸਥਾਨ ਸਨ, ਉਹਨਾਂ ਨੂੰ ਕੋਈ ਵੀ ਨੁਕਸਾਨ ਗੁਰੂ ਕੇ ਖਾਲਸੇ ਪੰਥ ਨੇ ਨਹੀਂ ਪਹੁੰਚਾਇਆ। ਦਈ ਟਕਿਆਂ ਉਗਰਾਹੀ ਪਾਈ। ਤੇ ਜਿਹੜੀ ਖਾਲਸਾ ਜੀ ਉਗਰਾਹੀ ਸੀ, ਕਹਿੰਦੇ ਟਕਾ ਟਕਾ ਕਰਕੇ ਹਰ ਇੱਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਹੀ ਖਜ਼ਾਨਾ ਲਟਾਇਆ। ਜੋ ਵੀ ਸ਼ਾਹੀ ਖਜ਼ਾਨਾ ਮਿਲਿਆ ਸੀ ਉਹ ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕੋਲ ਨਹੀਂ ਰੱਖਿਆ, ਬਲਕਿ ਜਿਵੇਂ ਖਜ਼ਾਨਾ ਮਿਲਿਆ ਨਾਲ ਦੀ ਨਾਲ ਸੰਗਤ ਵਿੱਚ ਵਰਤਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਕਾਰ ਸੁਧਾਰ ਬਣਾਏ। ਤੇ ਜਿਹੜੇ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਗੁਲਾਮ ਬਣਾਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਉੱਥੇ ਜਗੀਰਾਂ ਦੇ ਦਿੱਤੀਆਂ, ਜ਼ਿਮੀਂਦਾਰ ਬਣਾ ਦਿੱਤਾ, ਉਹਨਾਂ ਨੂੰ ਉਹਨਾਂ ਦੇ ਹੱਕ ਦੇ ਦਿੱਤੇ। ਮੁਸਲਮਾਨ ਲੁਕ ਛੱਪ ਬਚਾਏ। ਤੇ ਜਿਹੜੇ ਖਾਲਸਾ ਜੀ ਚੰਗੇ ਤੁਰਕ ਸਨ, ਜਿਹੜੇ ਇਸਲਾਮ ਮਤ ਦੇ ਪੈਰੋਕਾਰ ਸਨ, ਜਿਹੜੇ ਲੁਕ ਛਿਪ ਗਏ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਵੀ ਇਹ ਬਚਨ ਕੀਤਾ ਕਿ ਭਾਈ ਤੁਸੀਂ ਆਜ਼ਾਦੀ ਦੇ ਨਾਲ ਇਸ ਧਰਤੀ ਤੇ ਰਹਿ ਸਕਦੇ ਹੋ, ਕਿਉਂਕਿ ਖਾਲਸੇ
ਦਾ ਤੁਹਾਡੇ ਨਾਲ ਵੈਰ ਨਹੀਂ, ਜਿਹਦੇ ਨਾਲ ਵੈਰ ਸੀ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਹੈ। ਦੋਹਰਾ ਬਾਜ ਸਿੰਘ ਘੋੜੇ ਚੜ੍ਹੈ, ਪਗ ਤੁਰ ਕੇ ਸੀਸ ਟਿਕਾਏ। ਕਹਿੰਦੇ ਨੇ ਭਾਈ ਬਾਜ ਸਿੰਘ ਨੇ ਜਦੋਂ ਘੋੜੇ ਤੇ ਚੜ੍ਹਨਾ ਨਾ, ਜਿਹੜੇ ਜਲਾਦ ਸੀ ਜਿਨ੍ਹਾਂ ਨੇ ਬੇਰਹਿਮੀ ਦੇ ਨਾਲ ਖਾਲਸਾ ਜੀ ਸ਼ਹੀਦ ਕੀਤਾ ਸੀ, ਤੇ ਜਿਹੜਾ ਕਿ ਉੱਥੇ ਝੂਠਾ ਆਨੰਦ, ਕਹਿੰਦੇ ਨੇ ਭਾਈ ਬਾਜ ਸਿੰਘ ਨੇ ਘੋੜੇ ਤੇ ਚੜ੍ਹਦੇ ਚੜ੍ਹਦੇ ਹੀ ਉਹਨਾਂ ਦੇ ਸੀਸ ਧੜ ਤੋਂ ਜੁਦਾ ਕਰ ਦੇਣੇ। ਹਰ ਇੱਕ ਨੂੰ ਉਹਦੇ ਪਾਪ ਦੀ ਸਜ਼ਾ ਖਾਲਸੇ ਨੇ ਆਪਣੀ ਤੇਗ ਨਾਲ ਦਿੱਤੀ। ਸ਼ਹਿਰ ਬਾਵਨ ਮਦ ਬਾਵਨੀ, ਤਹਿ ਤੁਰਕ ਦਏ ਭਜਾਏ। ਕਹਿੰਦੇ ਜਿਸ ਸ਼ਹਿਰ ਨੂੰ ਮੁਗਲ ਹਕੂਮਤ ਆਪਣੀ ਰਾਜਧਾਨੀ ਕਹਿੰਦੀ ਸੀ, ਗੁਰੂ ਕੇ ਮੁੱਠੀ ਭਰ ਸਿੰਘਾਂ ਨੇ 52 ਲੱਖ ਦੀ ਉਗਰਾਹੀ ਵਾਲੇ ਸ਼ਹਿਰ ਨੂੰ, ਇੰਨੇ ਵੱਡੇ ਕਸਬੇ ਨੂੰ ਵੇਖਦਿਆਂ ਵੇਖਦਿਆਂ ਢਹਿ ਢੇਰੀ ਕੀਤਾ। ਤੇ ਜਿਹੜੇ ਮੁਗਲ ਹਕੂਮਤ ਦੀ ਫੌਜ ਸੀ, ਗੁਰੂ ਕਿਆਂ ਸਿੰਘਾਂ ਨੇ ਅੱਗੇ ਲਾ ਕੇ ਭਜਾ ਦਿੱਤੀ। 36 ਲੱਖ ਸੋ ਪਾਕੋ ਪਰਗਣੋ, ਪਲ ਮੈਂ ਲਿਓ ਛੁਡਵਾਏ। ਅਤੇ ਖਾਲਸਾ ਜੀ ਉਸ ਸਮੇਂ ਦੇ ਵਿੱਚ ਇੱਕ ਦਿਨ ਦੇ ਵਿੱਚ ਗੁਰੂ ਕੇ ਖਾਲਸਿਆਂ ਨੇ 36 ਲੱਖ ਦੀ ਉਗਰਾਹੀ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਵੰਡ ਦਿੱਤੀ ਸੀ। 36 ਲੱਖ ਉਸ ਸਮੇਂ ਦੇ ਵਿੱਚ ਅੱਜ ਕਿੰਨੀ ਕੀਮਤ ਰੱਖਦਾ ਹੋਵੇਗਾ। ਇਹ ਗੁਰੂ ਕੇ ਖਾਲਸਿਆਂ ਦੀ, ਗੁਰੂ ਕੇ ਸਿੰਘਾਂ ਦੀ ਵਡਿਆਈ ਹੈ ਕਿ ਉਹਨਾਂ ਨੇ ਲਾਲਚ ਨਹੀਂ ਕੀਤਾ, ਬਲਕਿ ਰਾਜ ਫਤਿਹ ਕਰਕੇ ਸਰਹੰਦ ਦੀ ਧਰਤੀ ਨੂੰ ਜੋ ਸ਼ਾਹੀ ਖਜ਼ਾਨਾ ਸੀ ਉਹਦੇ ਤੇ ਮੱਲ ਨਹੀਂ ਮਾਰੀ, ਬਲਕਿ ਆਮ ਸੰਗਤ ਵਿੱਚ, ਆਮ ਲੋਕਾਂ ਦੇ ਵਿੱਚ ਵੰਡ ਦਿੱਤਾ। ਬੰਦੇ ਕਿਹੋ ਸਦ ਖਾਲਸੇ, ਲੁੱਟ ਤੁਰਕਨ ਕੋ ਲਿਓ ਖਾਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਬਚਨ ਕੀਤਾ ਕਿ ਖਾਲਸਾ ਜੀ ਇਸੇ ਤਰ੍ਹਾਂ ਮੁਗਲ ਹਕੂਮਤ ਨੂੰ ਲੁੱਟ ਕਰਕੇ ਗੁਰੂ ਕੇ ਖਾਲਸੇ ਨੇ ਮਲੀਆ ਮੇਟ ਕਰਦੇ ਹੀ ਰਹਿਣਾ। ਤੇ ਜਿਸ ਮੁਗਲ ਹਕੂਮਤ ਨੇ ਆਮ ਲੋਕਾਂ ਉੱਤੇ ਅਤਿਆਚਾਰ ਕੀਤੇ ਨੇ, ਆਮ ਲੋਕਾਂ ਦੇ ਹੱਕ ਖੋਏ ਨੇ, ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਕ ਦੇਣੇ ਹੁਣ ਖਾਲਸੇ ਦਾ ਫਰਜ਼ ਹੈ। ਦੋਹਰਾ ਬੁਲਾਕਾ ਸਿੰਘ ਇੱਕ ਸਿੰਘ ਹੁਤੋ, ਰਹਿ ਆਲੀ ਸਿੰਘ ਪਾਸ। ਸੋ ਖਾਲਸਾ ਜੀ ਹੁਣ ਜਦੋਂ ਸਰਹੰਦ ਫਤਿਹ ਹੋ ਗਈ, ਇੱਕ ਭਾਈ ਬੁਲਾਕਾ ਸਿੰਘ ਜੀ ਹੋਏ ਜਿਹੜੇ ਭਾਈ ਆਲੀ ਸਿੰਘ ਦੇ ਨਾਲ ਰਿਹਾ ਕਰਦੇ ਸਨ। ਉਹ ਭਾਈ ਬੁਲਾਕਾ ਸਿੰਘ ਬੰਦਾ ਸਿੰਘ ਬਹਾਦਰ ਕੋਲ ਆਏ। ਹੱਥ ਜੋੜ ਠਾਂਡੋ ਪਿਓ, ਕਰ ਬੰਦੇ ਪੈ ਅਰਦਾਸ। ਹੱਥ ਜੋੜ ਕਰਕੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਖੜੇ ਹੋ ਕਰਕੇ ਬੇਨਤੀ ਕਰਨ ਲੱਗੇ। ਚੌਪਈ ਪਾਇਲ ਪਾਸ, ਕੁਢਾਣੀ ਗ੍ਰਾਮ। ਕਹਿੰਦੇ ਨੇ ਪਾਇਲ ਸ਼ਹਿਰ ਦੇ ਕੋਲ ਇੱਕ ਕੁਢਾਣੀ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਸਨ ਭਾਈ ਬੁਲਾਕਾ ਸਿੰਘ ਜੀ। ਇਹ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕਰਨ ਲੱਗੇ। ਤਹਾਂ ਬਹੁਤ ਹੈ ਖੱਤਰੀਆਂ ਆ ਧਾਮ। ਕਹਿਣ ਲੱਗੇ ਮੈਂ ਜਿਸ ਪਿੰਡ ਤੋਂ ਆਇਆ ਉੱਥੇ ਬਹੁਤ ਰਾਮ ਰਾਈਆਂ ਦੇ ਚੇਲੇ ਰਹਿੰਦੇ ਨੇ। ਰਾਮ ਰਈਨ ਕੇ ਮਸੰਦ ਕਹਾਵੇ, ਉਹ ਆਪਣੇ ਆਪ ਨੂੰ ਰਾਮ ਰਾਈਆਂ ਦੇ ਮਸੰਦ ਕਹਿਲਾਉਂਦੇ ਨੇ। ਕਰੇ ਮਸਕਰੀ ਖਾਲਸੇ ਖਿੰਜਾਵੇ, ਪਰ ਉਹ ਮਸੰਦ ਗੁਰੂ ਕੇ ਖਾਲਸੇ ਨੂੰ ਮਸਕਰੀਆਂ ਕਰਦੇ ਨੇ, ਖਾਲਸੇ ਉੱਤੇ ਵਾਧੀ ਕਰਦੇ ਨੇ, ਖਾਲਸੇ ਦੀ ਨਿੰਦਿਆ ਕਰਦੇ ਨੇ। ਮੈਂ ਉਹਾਂ ਸਭ ਚੌਕੀ ਇਕੱਠਈ। ਤੇ ਖਾਲਸਾ ਜੀ ਭਾਈ ਬੁਲਾਕਾ ਸਿੰਘ ਕਹਿੰਦੇ ਕਿ ਮੈਂ ਅੰਮ੍ਰਿਤ ਵੇਲੇ ਸ਼ਬਦ ਚੌਂਕੀ ਦੀ ਆਰੰਭਤਾ ਕੀਤੀ ਸੀ। ਬੋਲੇ ਵਾਹਿਗੁਰੂ ਅਰਦਾਸ ਯੋ ਕਹੀ। ਮੈਂ ਵਾਹਿਗੁਰੂ ਕਹਿ ਕਰਕੇ ਮੁਖੋਂ ਤੇ ਫਿਰ ਦੋਵੇਂ ਹੱਥ ਜੋੜ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸ਼ਬਦ ਚੌਂਕੀ ਆਰੰਭ ਕਰਨ ਦਾ ਬਲ ਬਖਸ਼ੋ। ਸੁਣਤ ਦਤਾਰ ਉਨ ਭੰਨ ਦਿਓ। ਪਰ ਕਹਿੰਦੇ ਜਦੋਂ ਮੈਂ ਉੱਚੀ ਆਵਾਜ਼ ਦੇ ਵਿੱਚ ਸ਼ਬਦ ਚੌਂਕੀ ਆਰੰਭ ਕਰਕੇ ਦੁਤਾਰੇ ਦੇ ਨਾਲ ਬਾਣੀ ਦਾ ਕੀਰਤਨ ਕਰਨ ਲੱਗਾ ਨਾ, ਜਦੋਂ ਬਾਣੀ ਗਾਉਣ ਲੱਗਾ, ਗੁਰੂ ਦਾ ਜਸ ਕਰਨ ਲੱਗਾ, ਵਾਹਿਗੁਰੂ ਵਾਹਿਗੁਰੂ ਕਹਿਣ ਲੱਗਾ, ਤੇ ਉਹ ਰਾਮ ਰਾਈਆਂ ਦੇ ਮਸੰਦਾਂ ਨੇ ਆ ਕਰਕੇ ਮੇਰੇ ਸਾਜ਼ ਭੰਨ ਦਿੱਤੇ, ਦੁਤਾਰਾ ਭੰਨ ਦਿੱਤਾ, ਢੋਲਕੀ ਭੰਨ ਦਿੱਤੀ। ਮੁਖ ਤੇ ਵਾਗ ਤਿਨ ਖੋਟੋ ਕਹਿਓ। ਤੇ ਉਹਨਾਂ ਨੇ ਆਪਣੇ ਮੁਖ ਤੋਂ, ਆਪਣੇ ਮੂੰਹੋਂ ਬੜੀ ਭੱਦੀ ਸ਼ਬਦਾਵਲੀ ਵਰਤੀ। ਉਹ ਸਤਿਗੁਰੂ ਕੀ ਨਿੰਦਿਆ ਕਰੀ। ਬੰਦਾ ਸਿੰਘ ਬਹਾਦਰ ਨੂੰ ਭਾਈ ਬੁਲਾਕਾ ਸਿੰਘ ਦੱਸਦੇ ਕਿ ਕੇਵਲ ਸਾਜ਼ ਨਹੀਂ ਭੰਨੇ, ਉਹਨਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿੰਦਿਆ ਵੀ ਬਹੁਤ ਕੀਤੀ ਹੈ। ਹਮਕੋ ਨੈ ਵੈ ਬਿਸਰਤ ਘਰੀ। ਤੇ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹਨਾਂ ਨਿੰਦਿਆ ਕੀਤੀ ਹੈ ਉਹ ਮੈਨੂੰ ਭੁੱਲਦੀ ਨਹੀਂ। ਵੀ ਹਮਕੋ ਬੋ ਕੀਨ ਮਾਰ। ਭਾਵੇਂ ਉਹਨਾਂ ਨੇ ਮੈਨੂੰ ਵੀ ਬਹੁਤ ਤੰਗ ਕੀਤਾ, ਪਰੇਸ਼ਾਨ ਕੀਤਾ, ਮਾਰਿਆ ਹੈ। ਸੋ ਤੋ ਹਮਨੇ ਦਈ ਵਿਸਾਰ। ਮੈਂ ਆਪਣੇ ਉੱਤੇ ਆਈ ਹੋਈ ਪਰੇਸ਼ਾਨੀ, ਆਪਣੇ ਤਨ ਤੇ ਆਈ ਹੋਈ ਤਕਲੀਫ ਤੇ ਭੁੱਲ ਸਕਦਾ ਹਾਂ।
ਪੁੱਤਰ ਮੋਇਆ ਆਪੇ ਮੋਇਓ ਅਬ ਮੋਇਓ ਨ ਵਾਹਿਗੁਰੂ ਬੋਲ। ਪਰ ਜਿਹੜਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਖੋਟੇ ਸ਼ਬਦ ਵਰਤੇ ਨੇ, ਮੈਂ ਉਹ ਨਹੀਂ ਭੁੱਲ ਸਕਦਾ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਛਿਆ ਵੀ ਕੀ ਉਹਨਾਂ ਨੇ ਕਿਹਾ, ਤੇ ਅੱਗੋਂ ਭਾਈ ਬੁਲਾਕਾ ਸਿੰਘ ਦੱਸਦੇ ਵੀ ਉਹ ਮਸੰਦ ਕਹਿੰਦੇ ਕਿ ਚਾਰੇ ਪੁੱਤਰ ਵੀ ਮਰਵਾ ਲਏ, ਖੁਦ ਵੀ ਚਲੇ ਗਏ, ਤੇ ਹੁਣ ਫਿਰ ਵੀ ਉਹਦੇ ਸਿੱਖ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦੇ ਆ, ਇਹ ਅਸੀਂ ਹੁਣ ਦੁਨੀਆ ਤੇ ਕਹਿਣ ਨਹੀਂ ਦੇਣਾ, ਇਹਨੂੰ ਵੀ ਖਤਮ ਕਰ ਦਿਆਂਗੇ। ਬੰਦਾ ਸਿੰਘ ਬਹਾਦਰ ਨੂੰ ਦੱਸਿਆ ਕਿ ਉਹ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤ ਰਹੇ ਨੇ, ਵਾਹਿਗੁਰੂ ਗੁਰੂ ਮੰਤਰ ਕਹਿਣ ਤੇ ਵੀ ਪਾਬੰਦੀ ਲਾ ਰਹੇ ਨੇ, ਰੋਕ ਲਾ ਰਹੇ ਨੇ। ਯਹ ਕਹਿ ਦੁਤਾਰੋ ਭੰਨਿਓ ਤੋ ਮਾਰਿਓ ਕੇਸ ਮੋਹਿ ਖੋਲ। ਤੇ ਇਸ ਤਰ੍ਹਾਂ ਉਹਨਾਂ ਨੇ ਕਹਿ ਕਰਕੇ ਦਤਾਰਾ ਭੰਨ ਦਿੱਤਾ, ਮੇਰੇ ਸਾਜ਼ ਭੰਨ ਦਿੱਤੇ, ਢੋਲਕੀ ਭੰਨ ਦਿੱਤੀ, ਤੇ ਸਾਜ਼ ਭੰਨਣ ਤੋਂ ਬਾਅਦ ਮੈਨੂੰ ਕੇਸਾਂ ਤੋਂ ਪਕੜ ਕਰਕੇ ਮੈਨੂੰ ਬਹੁਤ ਮਾਰਿਆ। ਤੁਮ ਜਟਨ ਹੋਏ ਇਕਠੇ ਲਿਓ ਥੋ ਗੁਰੂ ਬਹਾ ਬਣਾਏ। ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਸਾਰੇ ਜੱਟ ਗੋਤ ਦੇ ਇਕੱਠੇ ਹੋ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਣ ਲੱਗ ਪਏ। ਉਹ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਇਕੱਠੇ ਹੋ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਬਣਾਇਆ ਹੈ। ਗੋਬਿੰਦੋ ਗੋਬਿੰਦ ਸਿੰਘ ਕਹੇ ਕਹੇ ਸੱਚੋ ਪਾਤਸ਼ਾਹ। ਕਹਿਣ ਲੱਗਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਹੋ, ਪਰ ਅਸੀਂ ਨਹੀਂ ਮੰਨਦੇ। ਸੋ ਭਾਈ ਬੁਲਾਕਾ ਸਿੰਘ ਕਹਿੰਦੇ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਉਹ ਸੱਚੇ ਪਾਤਸ਼ਾਹ ਪ੍ਰਤੀ ਵਰਤ ਕੇ ਮਹਾਰਾਜ ਦੀ ਨਿੰਦਿਆ ਕਰਦੇ ਨੇ। ਚੌਪਈ ਜੋ ਸੁਨ ਬੰਦੇ ਗੁੱਸਾ ਕੀਓ। ਕਹਿੰਦੇ ਇਸ ਤਰ੍ਹਾਂ ਜਦੋਂ ਸੁਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਰੋਸ ਆਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕ੍ਰੋਧ ਵੀ ਆਇਆ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਉਂ ਵਰਤ ਰਹੇ ਨੇ। ਉਹ ਕਹਿਣ ਲੱਗੇ ਮਸੰਦ ਕਿ ਸਾਡੇ ਤਾਂ ਕੇਵਲ ਗੁਰੂ ਨਾਨਕ ਹੀ ਗੁਰੂ ਹੋਏ ਨੇ, ਸਾਡਾ ਗੁਰੂ ਗੋਬਿੰਦ ਸਿੰਘ ਨਾਲ ਵਾਸਤਾ ਨਹੀਂ, ਕਿਉਂਕਿ ਉਹ ਬਹੁਤੇ ਗਰਮ ਖਿਆਲ ਰੱਖਦੇ ਸਨ। ਖਾਲਸਾ ਜੀ, ਇਹ ਭੁਲੇਖਾ ਦਰਅਸਲ ਪਾਇਆ ਹੀ ਜਾਂਦਾ ਸਾਡੇ ਵਿੱਚ ਕਿ ਗੁਰੂ ਨਾਨਕ ਸਾਹਿਬ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਕੋਈ ਫਰਕ ਹੈ। ਦਰਅਸਲ ਫਰਕ ਕੋਈ ਨਹੀਂ ਹੈ। ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਜੋਤ ਇੱਕੋ ਹੀ ਹੈ। ਜੋਤ ਉਹਾ ਜੁਗਤ ਕਾਏ ਸਹਿ ਕਾਇਆ ਫਿਰ ਪਲਟੀ ਹੈ, ਇੱਕੋ ਹੀ ਜੋਤ ਵਰਤ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਸਾਨੂੰ ਜਗਾਇਆ ਕਿ ਸੁੱਤੇ ਹੋਇਓ, ਗੁਲਾਮੀ ਦੀ ਨੀਂਦ ਵਿੱਚ ਸੁੱਤੇ ਹੋ, ਹੁਣ ਖੜੇ ਹੋ ਜਾਓ, ਜਾਗ ਜਾਓ, ਸਾਵਧਾਨ ਹੋ ਜਾਓ। ਤੇ ਖਾਲਸਾ ਜੀ, ਜਦੋਂ ਮਾਂ ਬੱਚੇ ਨੂੰ ਜਗਾ ਦਿੰਦੀ ਹੈ ਨਾ, ਤੇ ਜਦੋਂ ਬੱਚਾ ਜਾਗ ਜਾਵੇ ਫਿਰ ਪਿਤਾ ਦੱਸਦਾ ਵੀ ਬੇਟਾ ਹੁਣ ਤੂੰ ਕਰਨਾ ਕੀ ਹੈ, ਜਾਗ ਤਾਂ ਤੂੰ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਗਾਇਆ ਸੁੱਤੀ ਹੋਈ ਲਕਾਈ ਨੂੰ, ਜਿਹੜੀ ਗੁਲਾਮੀ ਦੀ ਨੀਂਦ ਵਿੱਚ ਸੁੱਤੀ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦੱਸਿਆ ਵੀ ਹੁਣ ਜਾਗ ਤਾਂ ਗਏ, ਹੁਣ ਕਰਨਾ ਕੀ ਹੈ। ਤੇ ਕਲਗੀਆਂ ਵਾਲੇ ਨੇ ਦੱਸਿਆ ਵੀ ਕਰਨਾ ਹੈ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਕਿ ਸਿੱਖੋ ਇਹ ਨਾ ਸਮਝੋ ਵੀ ਹਕੂਮਤਾਂ ਤੁਹਾਡੀ ਝੋਲੀ ਵਿੱਚ ਆ ਕੇ ਰਾਜ ਪਾ ਦੇਣਗੀਆਂ। ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ। ਜੇ ਰਾਜ ਲਿਆ ਜਾਂਦਾ ਤੇ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ, ਆਪਣੇ ਤੇਗ ਦੇ ਮੁੱਠੇ ਦੇ ਜ਼ੋਰ ਦੇ ਨਾਲ ਰਾਜ ਲਿਆ ਜਾਂਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿੱਚ ਅੰਤਰ ਕੋਈ ਵੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿੱਥੇ ਬਾਣੀ ਪ੍ਰੇਮ ਰਸ ਹੈ, ਮੋਤੀ ਤਾਂ ਮੰਦਰ ਊਸਰੇ ਰਤਨੀ ਤਾਂ ਹੋਏ ਜੜਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਉ। ਜਿੱਥੇ ਪ੍ਰੇਮ ਰਸ ਬਾਣੀ ਉੱਥੇ ਵੀਰ ਰਸ ਵੀ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਬਾਣੀ ਜਿੱਥੇ ਪ੍ਰੇਮ ਰਸ ਹੈ, ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਵਿੱਚ ਪ੍ਰਮਾਤਮਾ ਨੂੰ ਕਹਿੰਦੇ ਨੇ, ਸੁਣੋ ਸੁਆਮੀ ਅਰਜ਼ ਹਮਾਰੀ, ਯਕ ਬਿਨੋ ਕਰੋ ਕਰ ਜੋਰ, ਦੇਹੋ ਦਰਸ ਜੀੜਾ ਬਲਿਹਾਰੀ, ਸ਼੍ਰੀਪਤ ਰਾਜ ਕਿਸ਼ੋਰ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ, ਦਸਵੇਂ ਪਾਤਸ਼ਾਹ ਨੇ, ਕਿ ਪ੍ਰਮਾਤਮਾ ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ, ਮੈਨੂੰ ਆਪਣੇ ਦਰਸ਼ਨਾਂ ਦੀ ਇੱਕ ਝਲਕ ਦੇ ਕਰਕੇ ਨਿਹਾਲ ਕਰ। ਤੇ ਜਿੱਥੇ ਮਹਾਰਾਜ ਨੇ ਪ੍ਰੇਮ ਰਸ ਬਾਣੀ ਲਿਖੀ, ਉੱਥੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਵੀਰ ਰਸ ਬਾਣੀ ਵੀ ਲਿਖੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੱਤਿਆਂ ਹੋਇਆਂ ਨੂੰ ਜਗਾਇਆ ਕਿ ਭਾਈ ਉੱਠ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕਰਕੇ ਰਣ ਤੱਤੇ ਦੇ ਅੰਦਰ ਜਾ ਕਰਕੇ ਖਾਲਸਾ ਪੰਥ ਦੇ ਨਿਸ਼ਾਨ ਝਲਾਓ। ਤੇ ਮਹਾਰਾਜ ਨੇ ਵੀਰ ਰਸ ਜਗਾਉਣ ਵਾਸਤੇ ਬਾਣੀ ਦਾ ਉਚਾਰਨ ਕੀਤਾ। ਤੇ ਮਹਾਰਾਜ ਨੇ ਬਚਨ ਕੀਤੇ, ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਨ ਮੰਡੰ ਬਰ ਬੰਡੰ,
ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਬ ਕੇ ਹਰਣੰ ਅਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਿਤ ਪਾਰਨ ਜੈ ਤੇਗੰ। ਸੋ ਅੰਤਰ ਕੋਈ ਨਹੀਂ, ਜੋਤ ਇੱਕੋ ਹੈ, ਪਰ ਫਰਕ ਪਾਇਆ ਜਾਂਦਾ ਹੈ। ਉਸ ਸਮੇਂ ਵੀ ਇਹ ਫਰਕ ਪਾਇਆ ਗਿਆ ਵੀ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਕਰ ਦੋ ਵੀ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਤੋਂ ਜਦੋਂ ਦੂਰ ਹੋ ਜਾਣਗੇ ਤੇ ਇਹ ਸ਼ਸਤਰ ਚਲਾਉਣੇ ਭੁੱਲ ਜਾਣਗੇ ਤੇ ਆਪਣੇ ਆਪ ਗੁਲਾਮ ਹੋ ਜਾਣਗੇ। ਤੇ ਜਿਨ੍ਹਾਂ ਦੀ ਸੋਚ ਗੁਲਾਮ ਹੋ ਜਾਵੇ ਉਹਨਾਂ ਦੇ ਸਰੀਰ ਵੀ ਗੁਲਾਮ ਹੋ ਜਾਂਦੇ ਨੇ। ਅੱਜ ਵੀ ਖਾਲਸਾ ਜੀ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਕਿੰਤੂ ਹੁੰਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਜਗਾਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਸੰਤ ਸਿਪਾਹੀ ਬਣਾਉਂਦੀ ਹੈ। ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਵੀ ਮਸੰਦ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਖੋਟੇ ਸ਼ਬਦ ਵਰਤਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਰਸ ਆਇਆ, ਬਹੁਤ ਕਰੋਧ ਆਇਆ। ਪਾਇਲ ਠਾਣਾ ਤਿਸ ਲਿਖ ਦਿਓ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਜਾਰੀ ਕਰ ਦਿੱਤਾ, ਜਗੀਰ ਲਿਖ ਦਿੱਤੀ, ਭਾਈ ਬੁਲਾਕਾ ਸਿੰਘ ਨੂੰ ਉਸ ਇਲਾਕੇ ਦਾ ਸੂਬੇਦਾਰੀ ਬਣਾ ਦਿੱਤਾ। ਜਾਂ ਕਰ ਤਿਸ ਤੇ ਬਦਲੇ ਲੀਹੋ। ਤੇ ਕਹਿਣ ਲੱਗੇ ਭਾਈ ਬੁਲਾਕਾ ਸਿੰਘ ਚੱਲ ਆ ਗੁਰੂ ਕੇ ਖਾਲਸੇ ਪੰਥ ਦੇ ਵਿੱਚ ਚੱਲ ਤੇ ਆ ਚੱਲ ਕਰਕੇ ਉਹਨਾਂ ਮਸੰਦਾਂ ਦੇ ਨਾਲ ਦੋ ਦੋ ਹੱਥ ਕਰੀਏ। ਮਾਰ ਲੂਟ ਇਸ ਪਿੰਡ ਫੜੇ ਹੋ। ਕਹਿੰਦੇ ਨੇ ਲੁੱਟ ਕਰਕੇ ਉਹਨਾਂ ਨੂੰ ਬੰਦੀ ਬਣਾ ਲਓ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ। ਦੋਹਰਾ ਪਾਇਲ ਠਾਣਾ ਪਾਈ ਕੈ ਲੀਨੇ ਮਸੰਦ ਫੜਾਏ। ਸੋ ਕਹਿੰਦੇ ਨੇ ਪਾਇਲ ਠਾਣੇ ਦੇ ਕੋਲ ਜਿਹੜਾ ਕਲੂੰਡੀ ਪਿੰਡ ਸੀ ਖਾਲਸਾ ਜੀ, ਗੁਰੂ ਕੇ ਸਿੰਘ ਗਏ ਤੇ ਜਾ ਕਰਕੇ ਉਹ ਰਾਮ ਰਾਈਆਂ ਦੇ ਮਸੰਦ ਪਕੜ ਲਏ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤਦੇ ਸੀ। ਕਿਛ ਕੁੱਟੇ ਸਭ ਲੁੱਟ ਗਏ ਦਿਨੇ ਪਿੰਡੋਂ ਕਢਾਏ। ਤੇ ਕਹਿੰਦੇ ਨੇ ਕੁਝ ਤਾਂ ਚੰਗੀ ਤਰ੍ਹਾਂ ਕਈਆਂ ਦੀ ਸੇਵਾ ਕੀਤੀ ਤੇ ਕਈਆਂ ਨੂੰ ਖਾਲਸਾ ਜੀ ਲੁੱਟ ਲਿਆ ਤੇ ਕਈ ਪਿੰਡ ਛੱਡ ਕੇ ਚਲੇ ਗਏ। ਖਾਲਸਾ ਜੀ ਕਈ ਵਾਰ ਵੇਖਣ ਵਿੱਚ ਆਉਂਦਾ ਵੀ ਜਿੱਥੇ ਆ ਕਰਕੇ ਸ਼ਸਤਰ ਪ੍ਰਕਾਸ਼ਮਾਨ ਹੋ ਜਾਣ, ਸਲੋਤਰ ਆ ਜਾਵੇ ਨਾ, ਤੇ ਵੱਡੇ ਵੱਡੇ ਜਿਨ੍ਹਾਂ ਦੀ ਅਕਲ ਨਹੀਂ ਹੁੰਦੀ ਉਹਨਾਂ ਨੂੰ ਅਕਲ ਆ ਜਾਂਦੀ। ਇਸੇ ਕਰਕੇ ਗੁਰੂ ਕੇ ਖਾਲਸੇ ਪੁਰਾਣੇ ਸਮੇਂ ਦੇ ਵਿੱਚ ਸਲੋਤਰ ਦੇ ਉੱਤੇ ਅਕਲਦਾਨ ਲਿਖਿਆ ਕਰਦੇ ਸਨ ਵੀ ਇਹ ਡਾਂਗ ਨਹੀਂ, ਇਹ ਉਹਨਾਂ ਵਾਸਤੇ ਅਕਲ ਹੈ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ। ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕਰਕੇ ਚੰਗੀ ਸੇਵਾ ਕੀਤੀ ਫਿਰ ਆਪਣੇ ਆਪ ਹੀ ਪਿੰਡ ਛੱਡ ਕੇ ਭੱਜ ਗਏ। ਚੌਪਈ ਬੰਦੇ ਮਲੇਰੇ ਚੜਤੀ ਕਰੀ। ਸੋ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਮਸੰਦ ਸੋਧੇ, ਮਸੰਦ ਸੋਧ ਕਰਕੇ ਉਸ ਇਲਾਕੇ ਦਾ ਸੂਬੇਦਾਰ ਭਾਈ ਬੁਲਾਕਾ ਸਿੰਘ ਨੂੰ ਬਣਾਇਆ। ਤੇ ਹੁਣ ਭਾਈ ਬੁਲਾਕਾ ਸਿੰਘ ਨੂੰ ਸੂਬੇਦਾਰ ਬਣਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਲੇਰ ਕੋਟਲੇ ਵੱਲ ਚੜ੍ਹਾਈ ਕਰਦੇ ਨੇ। ਸੋ ਮਲੇਰੇ ਧਾਕ ਤਿਮ ਪਰੀ। ਤੇ ਕਹਿੰਦੇ ਜਦੋਂ ਮਲੇਰ ਕੋਟਲੇ ਦੀ ਧਰਤੀ ਵੱਲ ਗੁਰੂ ਕਾ ਖਾਲਸਾ ਵਧਿਆ, ਗੁਰੂ ਕਾ ਖਾਲਸਾ ਚੜ੍ਹ ਕੇ ਗਿਆ, ਕਹਿੰਦੇ ਨੇ ਧਾਕ ਪੈ ਗਈ। ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆ ਰਿਹਾ, ਕਹਿੰਦੇ ਇਸ ਤਰ੍ਹਾਂ ਧਾਕ ਪੈ ਗਈ, ਹਾਹਾਕਾਰ ਮਚ ਗਈ, ਲੂਟ ਕਤਲ ਕੀ ਉੱਠੀ ਆਵਾਜ਼। ਤੇ ਉੱਥੇ ਲੋਕ ਡਰ ਕੇ ਕਹਿਣ ਲੱਗੇ ਵੀ ਬੰਦਾ ਬਹਾਦਰ ਆ ਰਿਹਾ, ਸਾਰੇ ਲੁੱਟੇ ਜਾਵਾਂਗੇ, ਮਾਰੇ ਜਾਵਾਂਗੇ। ਤੁਰੇ ਲਟੇਰੇ ਬਹੁਤ ਇਸ ਕਾਜ। ਤੇ ਕਹਿੰਦੇ ਕਈ ਲੁਟੇਰੇ ਵੀ ਇਸ ਸਮੇਂ ਦਾ ਫਾਇਦਾ ਚੱਕਦੇ ਸੀ। ਉਹ ਗੁਰੂ ਕੇ ਸਿੰਘਾਂ ਤੋਂ ਪਹਿਲਾਂ ਪਹੁੰਚ ਕੇ ਸ਼ਹਿਰ ਨੂੰ ਲੁੱਟਣਾ ਚਾਹੁੰਦੇ ਸਨ। ਉਹਨਾਂ ਨੂੰ ਵੀ ਖਬਰ ਹੋ ਗਈ ਤੇ ਲੁਟੇਰੇ ਆਪਣੀ ਬੇਈਮਾਨੀ ਦੀ ਨੀਅਤ ਲੈ ਕਰਕੇ ਸ਼ਹਿਰ ਨੂੰ ਵਧੇ। ਸਤਿਗੁਰੂ ਵਾਕ ਉਹਾਂ ਆਏ ਅੜੋ। ਪਰ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਮਲੇਰ ਕੋਟਲੇ ਪਹੁੰਚੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਕ ਚੇਤੇ ਆ ਗਿਆ ਵੀ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੀ ਜੜ ਰੱਖ ਲਈ। ਇਸ ਕਰਕੇ ਖਾਲਸਾ ਜੀ ਮਲੇਰ ਕੋਟਲੇ ਦੀ ਧਰਤੀ ਨੂੰ ਕੋਈ ਹਾਨੀ ਨਹੀਂ ਪਹੁੰਚਾਉਣੀ, ਮਲੇਰ ਕੋਟਲੇ ਦੀ ਧਰਤੀ ਤੇ ਜਾ ਕਰਕੇ ਕੋਈ ਨੁਕਸਾਨ ਨਹੀਂ ਕਰਨਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਗਏ ਮਲੇਰ ਕੋਟਲੇ, ਪਰ ਮਲੇਰ ਕੋਟਲੇ ਤੇ ਜਾ ਕੇ ਹਮਲਾ ਨਹੀਂ ਕੀਤਾ, ਨਾ ਹੀ ਮਲੇਰ ਕੋਟਲੇ ਨੂੰ ਜਾ ਕੇ ਲੁੱਟਿਆ, ਨਾ ਕੋਈ ਨੁਕਸਾਨ ਕੀਤਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੱਤਾ ਸੀ। ਆਵਤ ਜਮਦਲ ਕਰ ਦਿਓ ਖੜੋ। ਕਹਿੰਦੇ ਭਾਵੇਂ ਜਮਦੂਤ ਆਏ ਤੇ ਸਨ ਉਹਨਾਂ ਦੀ ਮੌਤ ਬਣ ਕੇ, ਪਰ ਜਮਦੂਤ ਵਾਪਸ ਚਲੇ ਗਏ ਜਦੋਂ ਖਾਲਸੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਪਹਿਰਾ ਦੇ ਦਿੱਤਾ। ਔਰ ਚਾਹੀਤ ਗੁਰ ਔਰ ਬਣਾਈ। ਕਹਿੰਦੇ ਨੇ ਚਾਹੁੰਦੇ ਤੇ ਕੁਝ ਹੋਰ ਸਨ ਸਿੱਖ ਵੀ ਅੰਦਰੋਂ ਵੀ ਜਾ ਕਰਕੇ ਇਹਨਾਂ ਦਾ ਸੋਧਾ ਲਾਈਏ,
ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸਾਰੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਖੇਡ ਬਦਲ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੇ ਸਮਾਂ ਪਲਟ ਦਿੱਤਾ। ਇਹ ਸੱਚ ਹੈ ਕਿ ਜਦੋਂ ਖਾਲਸਾ ਜੀ ਕਿਸੇ ਤੇ ਮਾੜਾ ਸਮਾਂ ਆਵੇ ਨਾ, ਜਿੱਥੇ ਸਤਿਗੁਰੂ ਸਮਾਂ ਟਾਲ ਸਕਦੇ ਨੇ, ਉੱਥੇ ਹੀ ਖਾਲਸਾ ਜੀ ਇਹ ਸੰਸਾਰ ਦੇ ਤਖਤੇ ਤੇ ਆਏ ਹੋਏ ਮਾੜੇ ਸਮੇਂ ਨੂੰ ਕੋਈ ਭਜਨ ਬੰਦਗੀ ਵਾਲਾ, ਭਗਤੀ ਵਾਲਾ ਵੀ ਸਮੇਂ ਨੂੰ ਟਾਲ ਸਕਦਾ ਹੈ। ਦਾਸ ਨੂੰ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਂਪੁਰਖਾਂ ਨੇ ਵੀ ਬਚਨ ਸੁਣਾਇਆ ਕਿ ਸੰਸਾਰ ਦੇ ਉੱਤੇ ਜੋ ਮਹਾਮਾਰੀਆਂ ਆਉਂਦੀਆਂ, ਸਮੇਂ ਸਿਰ ਮਾੜਾ ਸਮਾਂ ਆਉਂਦਾ, ਜਾਂ ਅੱਜ ਵੀ ਜੋ ਖਾਲਸਾ ਜੀ ਹਾਲਾਤ ਬਣ ਰਹੇ ਨੇ, ਜੋ ਸੰਸਾਰ ਦੀਆਂ ਹਕੂਮਤਾਂ ਜੰਗ ਵੱਲ ਵੱਧ ਕੇ ਚੜ੍ਹ ਕੇ ਜਾ ਰਹੀਆਂ, ਜੰਗ ਦੇ ਵੱਲ ਰੁਚੀ ਵਧਾ ਰਹੀਆਂ, ਆਪਾਂ ਖਬਰਾਂ ਪੜ੍ਹਦੇ ਹਾਂ। ਉਹ ਮਹਾਂਪੁਰਖ ਕਹਿਣ ਲੱਗੇ ਵੀ ਇਹਨਾਂ ਨੇ ਤੇ ਹਾਕਮਾਂ ਨੇ ਦੁਨੀਆ ਕਦੋਂ ਦੀ ਖਤਮ ਕਰ ਦੇਣੀ ਸੀ, ਪਰ ਜਿਹੜੇ ਸੰਸਾਰ ਦੇ ਉੱਤੇ, ਦੁਨੀਆ ਦੇ ਉੱਤੇ ਸੰਤ ਮਹਾਪੁਰਸ਼ ਨਾਮ ਜਪਦੇ ਨੇ, ਭਗਤੀ ਕਰਦੇ ਨੇ, ਉਹ ਜਦੋਂ ਅਰਦਾਸਾਂ ਕਰਦੇ ਨੇ ਨਾ ਰੋਜ਼ਾਨਾ ਗੁਰੂ ਕੀ ਸੰਗਤ ਦੇ ਵਿੱਚ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਕਹਿੰਦੇ ਕਮਾਈ ਵਾਲੇ ਦੇ ਮੁਖੋਂ ਜਦੋਂ ਨਿਕਲਦਾ ਸਰਬੱਤ ਦਾ ਭਲਾ, ਤੇ ਕਹਿੰਦੇ ਫਿਰ ਕਿਤੇ ਨਾ ਕਿਤੇ ਸਮਾਂ ਟਾਲਿਆ ਜਾਂਦਾ ਹੈ। ਸੋ ਇਸ ਕਰਕੇ ਮਹਾਂਪੁਰਖ ਕਹਿਣ ਲੱਗੇ ਵੀ ਜਦੋਂ ਮਾੜਾ ਸਮਾਂ ਆਵੇ ਨਾ ਸੰਸਾਰ ਤੇ ਵੱਧ ਕਮਾਈ ਕਰਕੇ, ਵੱਧ ਬਾਣੀ ਪੜ੍ਹ ਕੇ ਗੁਰੂ ਕੇ ਚਰਨਾਂ ਵਿੱਚ ਜੇ ਅਰਦਾਸ ਕਰਾਂਗੇ ਤੇ ਸੱਚੇ ਪਾਤਸ਼ਾਹ ਦੀ ਬਾਣੀ ਦੀ ਤਾਕਤ ਸਮਾਂ ਟਾਲ ਵੀ ਸਕਦੀ ਹੈ। ਸੋ ਅੱਜ ਵੀ ਸਾਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਵੀ ਰੱਬ ਦੇ ਬਣਾਏ ਹੋਏ ਬੰਦੇ ਨੂੰ ਆਪਸ ਦੇ ਵਿੱਚ ਪਿਆਰ ਤੇ ਪ੍ਰੇਮ ਤੇ ਇਤਫਾਕ ਨਾਲ ਰਹਿਣਾ ਆ ਜਾਵੇ, ਤੇ ਅਰਦਾਸ ਕਰੀਏ ਕਿ ਪਾਤਸ਼ਾਹ ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਸਾਰੇ ਸੰਸਾਰ ਦੇ ਉੱਤੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਦੀ ਠੰਡ ਵਰਤਾਉਣ। ਸੋ ਖਾਲਸਾ ਜੀ ਬੰਦਾ ਸਿੰਘ ਬਹਾਦਰ ਸ਼ਹਿਰ ਲੁੱਟਣ ਵਾਸਤੇ ਗਏ, ਪਰ ਲੁੱਟਿਆ ਨਹੀਂ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਚੇਤੇ ਆ ਗਏ। ਦੇਖੋ ਸਤਿਗੁਰ ਉਲਟ ਵਡਾਈ, ਕਹਿੰਦੇ ਵੇਖ ਲੋ, ਆਉਣੀ ਤਾਂ ਭਾਵੇਂ ਸਿਰ ਤੇ ਬੁਰਿਆਈ ਸੀ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਸੀ, ਮਲੇਰ ਕੋਟਲੇ ਦੇ ਨਵਾਬ ਦੇ ਸਿਰ ਤੇ ਵਡਿਆਈ ਆ ਗਈ। ਦੋਹਰਾ ਏਕ ਸਮੇਂ ਬੰਦਾ ਤਹਾਂ, ਕੋਰਿਓ ਮਹੀਨੇ 4। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਜਦੋਂ ਸਾਧੂ ਸੀ ਨਾ, ਸਾਧਾਂ ਦੇ ਵਿੱਚ ਰਹਿੰਦਾ ਸੀ, ਮਾਧੋ ਦਾਸ ਬੈਰਾਗੀ ਸੀ, ਉਸ ਵਕਤ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਮਲੇਰ ਕੋਟਲੇ ਵੀ ਰਿਹਾ ਸੀ, ਤੇ ਇੱਥੇ ਆ ਕਰਕੇ ਵੀ ਮਲੇਰ ਕੋਟਲੇ ਦੀ ਧਰਤੀ ਤੇ ਬੰਦਾ ਸਿੰਘ ਬਹਾਦਰ ਨੇ ਇਲਮ ਸਿੱਖੇ ਸੀ, ਮੰਤਰ ਸਿੱਖੇ ਸੀ। 4 ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਮਾਧੋ ਦਾਸ ਵੈਰਾਗੀ ਸਾਧੂ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਰਹਿ ਚੁੱਕਿਆ ਸੀ। ਕਿਸ਼ਨ ਦਾਸ ਸੇਵਾ ਕਰੀ, ਬਣੀਏ ਵਿੱਚ ਬਾਜ਼ਾਰ। ਤੇ ਜਦੋਂ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਇਆ, ਪੁਰਾਣਾ ਸਮਾਂ ਚੇਤੇ ਆ ਗਿਆ ਵੀ ਜਦੋਂ ਮੈਂ 4 ਮਹੀਨੇ ਇੱਥੇ ਰਿਹਾ ਸਾਂ, ਇੱਕ ਕਿਸ਼ਨ ਦਾਸ ਬਾਣੀਆ ਸੀ ਜਿਹਦੀ ਬਾਜ਼ਾਰ ਦੇ ਵਿੱਚ ਹੱਟੀ ਸੀ, ਤੇ ਉਸ ਕਿਸ਼ਨ ਦਾਸ ਬਾਣੀਏ ਨੇ ਮੇਰੀ ਬਹੁਤ ਸੇਵਾ ਕੀਤੀ ਸੀ। ਜੋ ਪਈ ਸੁਣਤ ਸੋ ਬਣੀਓ, ਆਏ ਸੋ ਮਿਲਿਓ। ਸੋ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਉਸ ਕਿਸ਼ਨ ਦਾਸ ਬਣੀਏ ਦਾ ਪਤਾ ਕਰੋ ਤੇ ਉਹਨੂੰ ਸੁਨੇਹਾ ਪਹੁੰਚਾਓ। ਤੇ ਜਦੋਂ ਕਿਸ਼ਨ ਦਾਸ ਨੂੰ ਪਤਾ ਲੱਗਾ ਵੀ ਉਹ ਜੋ ਸਾਧੂ ਸੀ ਹੁਣ ਗੁਰੂ ਦੀ ਕਿਰਪਾ ਦੇ ਨਾਲ ਖੰਡੇ ਦੀ ਪੋਲ ਲੈ ਕਰਕੇ ਬੰਦਾ ਸਿੰਘ ਬਹਾਦਰ ਬਣ ਗਿਆ, ਤੇ ਫਿਰ ਕਿਸ਼ਨ ਦਾਸ ਬਾਣੀਆਂ ਖੁਦ ਚੱਲ ਕੇ ਆਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕਰਕੇ ਮਿਲਦਾ ਹੈ। ਉਸ ਕੋ ਬੰਦੋ ਆਦਰ ਕਰਿਓ। ਤੇ ਜਦੋਂ ਕਿਸ਼ਨ ਦਾਸ ਆਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਆਦਰ ਸਤਿਕਾਰ ਦਿੱਤਾ। ਇਹੋ ਮੰਗ ਜੋ ਮੰਗਨ ਜੋਗਾ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ਼ਨ ਦਾਸ ਬਾਣੀਏ ਨੂੰ ਕਿਹਾ, ਭਾਈ ਦੱਸ ਤੈਨੂੰ ਕੀ ਚਾਹੀਦਾ, ਜੋ ਵੀ ਮੰਗੇਗਾ ਮੈਂ ਤੈਨੂੰ ਤੇਰੀ ਝੋਲੀ ਦੇ ਵਿੱਚ ਪਾ ਦਿਆਂਗਾ। ਉਸ ਮੰਗਿਓ ਦੁੱਖ ਦੇ ਨਾ ਲੋਗਾ। ਤੇ ਕਹਿਣ ਲੱਗਾ ਕਿਸ਼ਨ ਦਾਸ ਬਾਣੀਆ ਕਿ ਮੇਰੀ ਬੇਨਤੀ ਹੈ, ਜੇ ਕੁਝ ਦੇਣਾ ਹੀ ਤੇ ਜੀਵਨ ਦੇ ਦੁੱਖ ਕੱਟ ਦੇ, ਤੇ ਸੰਸਾਰ ਦੇ ਇਹ ਜਿਹੜੇ ਮਲੇਰ ਕੋਟਲੇ ਸ਼ਹਿਰ ਦੇ ਲੋਕ ਨੇ, ਇਹਨਾਂ ਉੱਤੇ ਵੀ ਜਿਹੜੇ ਦੁੱਖ ਆਉਣੇ ਨੇ ਉਹ ਦੁੱਖ ਕੱਟੇ ਜਾਣ। ਸ਼ਹਿਰ ਕਤਲ ਤੇ ਸਭ ਰੱਖ ਲਿਓ। ਤੇ ਕਹਿਣ ਲੱਗਾ ਵੀ ਇਹ ਸ਼ਹਿਰ ਦੇ ਵਿੱਚ ਗੱਲ ਚੱਲੀ ਸੀ ਵੀ ਬੰਦਾ ਬਹਾਦਰ ਆ ਰਿਹਾ ਤੇ ਮਾਰੇ ਜਾਵਾਂਗੇ, ਤੇ ਮੈਂ ਤੈਨੂੰ ਬੇਨਤੀ ਕਰਦਾ ਕਿ ਹੁਣ ਤੇਰੇ ਹੱਥ ਵਿੱਚ ਤਾਕਤ ਹੈ, ਗੁਰੂ ਦੀ ਤਾਕਤ ਹੈ ਤੇਰੇ ਕੋਲ,
ਤੂੰ ਇੱਕ ਰਹਿਮ ਕਰ, ਇਸ ਸ਼ਹਿਰ ਨੂੰ ਕਤਲ ਤੋਂ ਬਚਾ ਲੈ, ਕਤਲੇ ਆਮ ਤੋਂ ਬਚਾ ਲੈ। ਪੈਸਾ ਚਾਹੋ ਤੇਤਾ ਲੇਹੋ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਮੈਂ ਮਾਇਆ ਵੀ ਦੇਣ ਨੂੰ ਤਿਆਰ ਹਾਂ, ਪਰ ਸ਼ਹਿਰ ਦੇ ਲੋਕਾਂ ਨੂੰ ਕਤਲੇ ਆਮ ਤੋਂ ਬਚਾ ਲੈ। ਪਿਛਲ ਸਿਆਣ ਉਹਨੇ ਆਨ ਸੁਣਾਈ। ਸੋ ਖਾਲਸਾ ਜੀ ਇਸ ਤਰ੍ਹਾਂ ਉਹਨੇ ਸਿਆਣਪ ਵੀ ਵਰਤੀ, ਜੋ ਉਹਨੇ ਸੁਣਿਆ ਸੀ ਲੋਕਾਂ ਤੋਂ ਉਹ ਉਹਨੇ ਆ ਕਰਕੇ ਆਪਣੀ ਮੱਤ ਮੁਤਾਬਕ ਫਰਿਆਦ ਰੱਖ ਦਿੱਤੀ। ਪਰ ਗੁਰੂ ਕਾ ਖਾਲਸਾ ਤੋਂ ਪਹਿਲਾਂ ਹੀ ਨਹੀਂ ਸੀ ਚਾਹੁੰਦਾ ਵੀ ਜਾ ਕਰਕੇ ਸ਼ਹਿਰ ਨੂੰ ਲੁੱਟੀਏ ਜਾਂ ਕਤਲੇਆਮ ਕੋਈ ਹੋਵੇ। ਗੁਰੂ ਕਾ ਖਾਲਸਾ ਤੇ ਪਹਿਲਾਂ ਹੀ ਲੋਕਾਂ ਨੂੰ ਲੋਕਾਂ ਦੇ ਹੱਕ ਦਿਵਾ ਰਿਹਾ ਤੇ ਮਲੇਰ ਕੋਟਲੇ ਦੀ ਧਰਤੀ ਤੇ ਜਾ ਕੇ ਕੋਈ ਵੀ ਨੁਕਸਾਨ ਨਹੀਂ ਕਰ ਰਿਹਾ। ਇਮ ਗੁਰ ਬਚ ਤਬ ਅੜਿਓ ਆਈ। ਸੋ ਖਾਲਸਾ ਜੀ ਇਸ ਤਰ੍ਹਾਂ ਗੁਰੂ ਦੇ ਬਚਨਾਂ ਦਾ ਸਦਕਾ ਮਲੇਰ ਕੋਟਲੇ ਦੀ ਧਰਤੀ ਬਚ ਗਈ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਧਰਤੀ ਦੇ ਉੱਤੇ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਨਿਗਾਹ ਪੈ ਗਈ ਸੀ। ਇਹ ਸੱਚ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਸੇ ਸ਼ਹਿਰ ਤੇ ਨਿਗਾਹ ਪੈ ਜਾਵੇ, ਸੱਚੇ ਪਾਤਸ਼ਾਹ ਦੀ ਨਿਗਾਹ ਸ਼ਹਿਰ ਨੂੰ ਬਚਾ ਸਕਦੀ ਹੈ, ਸ਼ਹਿਰ ਦੀ ਕਿਸਮਤ ਵੀ ਬਦਲ ਸਕਦੀ ਹੈ। ਤੇ ਖਾਲਸਾ ਜੀ ਇਤਿਹਾਸ ਦੇ ਵਿੱਚ ਜਿਵੇਂ ਆਉਂਦਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਰਾਏਕੋਟ ਪਹੁੰਚੇ ਆ ਤੇ ਰਾਏਕੋਟ ਦੀ ਧਰਤੀ ਤੇ ਨੂਰਾ ਮਾਹੀ ਮਿਲਿਆ ਤੇ ਨੂਰੇ ਮਾਹੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਸੇਵਾ ਪੁੱਛੀ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਨੂਰੇ ਮਾਹੀ ਨੂੰ ਕਿਹਾ ਕਿ ਜੇ ਤੇਰੇ ਕੋਲ ਜਲ ਹੈ ਤੇ ਜਲ ਦੀ ਸੇਵਾ ਕਰ ਦੇ। ਤੇ ਨੂਰੇ ਮਾਹੀ ਨੇ ਕਿਹਾ ਕਿ ਮੇਰੇ ਕੋਲ ਜਲ ਤਾਂ ਨਹੀਂ, ਪਰ ਮੇਰੇ ਕੋਲ ਆ ਮੱਝਾਂ ਨੇ, ਮੈਂ ਦੁੱਧ ਚੋ ਕਰਕੇ ਦੁੱਧ ਦੀ ਸੇਵਾ ਕਰ ਸਕਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਤੇਰੀ ਭਾਵਨਾ। ਤੇ ਦੂਜਾ ਬਚਨ ਨੂਰੇ ਮਾਹੀ ਨੇ ਕੀਤਾ, ਮਹਾਰਾਜ ਮੈਂ ਦੁੱਧ ਚੋ ਤੇ ਸਕਦਾ, ਪਰ ਦੁੱਧ ਚੋਣ ਵਾਸਤੇ ਭਾਂਡਾ ਮੇਰੇ ਕੋਲ ਨਹੀਂ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਨੂਰਿਆ ਆ ਨਜ਼ਦੀਕ ਭਾਂਡਾ ਤੇ ਪਿਆ। ਕਹਿਣ ਲੱਗਾ ਮਹਾਰਾਜ ਇਹਦੇ ਵਿੱਚ 250 ਤੋਂ ਵੱਧ ਛੇਕ ਨੇ, ਜੇ ਦੁੱਧ ਪਾਵਾਂਗਾ ਤੇ ਦੁੱਧ ਰੁੜ ਜਾਵੇਗਾ, ਦੁੱਧ ਟਿਕਣਾ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਹੱਸ ਕੇ ਕਹਿਣ ਲੱਗੇ ਨੂਰਿਆ ਸਤਨਾਮ ਵਾਹਿਗੁਰੂ ਕਹਿ ਕਰਕੇ ਦੁੱਧ ਚੋਣਾ ਸ਼ੁਰੂ ਕਰ ਦੇ, ਦੁੱਧ ਦੀ ਇੱਕ ਬੂੰਦ ਵੀ ਬਾਹਰ ਨਹੀਂ ਡਿੱਗੇਗੀ। ਕਹਿੰਦੇ ਕਲਗੀਆਂ ਵਾਲੇ ਨੇ ਬਚਨ ਕੀਤੇ, ਨੂਰੇ ਮਾਹੀ ਨੇ ਦੁੱਧ ਚੋਣਾ ਸ਼ੁਰੂ ਕੀਤਾ। ਜਿਸ ਭਾਂਡੇ ਵਿੱਚ 250 ਤੋਂ ਵੱਧ ਛੇਕ ਸੀ ਖਾਲਸਾ ਜੀ, ਜਦੋਂ ਦੁੱਧ ਪਾਇਆ ਇੱਕ ਵੀ ਬੂੰਦ ਭਾਂਡੇ ਤੋਂ ਬਾਹਰ ਨਹੀਂ ਡਿੱਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁੱਧ ਦਾ ਭੋਗ ਲਵਾਇਆ ਤੇ ਅੱਜ ਵੀ ਉਸ ਭਾਂਡੇ ਦੇ ਦਰਸ਼ਨ ਕਰਵਾਏ ਜਾਂਦੇ ਨੇ, ਜਿਸ ਭਾਂਡੇ ਨੂੰ ਆਪਾਂ ਗੰਗਾ ਸਾਗਰ ਕਹਿੰਦੇ ਆ। ਅੱਜ ਵੀ ਛੇਕ ਨੇ, ਕੋਈ ਅੱਜ ਵੀ ਜਾ ਕਰਕੇ ਉੱਥੇ ਪ੍ਰਤੱਖ ਕਲਾ ਵੇਖ ਸਕਦਾ ਹੈ। ਸੋ ਮੈਂ ਸੋਚ ਰਿਹਾ ਵੀ ਜੇ ਕਲਗੀਆਂ ਵਾਲੇ ਦੀ ਨਿਗਾਹ ਸ਼ਹਿਰ ਤੇ ਪੈ ਜਾਵੇ, ਸ਼ਹਿਰ ਦੀ ਕਿਸਮਤ ਬਦਲ ਜਾਂਦੀ ਹੈ। ਇੱਥੇ ਕਲਗੀਆਂ ਵਾਲੇ ਦੀ ਨਿਗਾਹ ਭਾਂਡੇ ਤੇ ਪੈ ਜਾਵੇ, ਉਹ ਭਾਂਡੇ ਦੀ ਕਿਸਮਤ ਬਦਲ ਜਾਂਦੀ ਹੈ। ਤੇ ਸੱਚ ਹੈ ਜਿਸ ਬੰਦੇ ਦੇ ਕਰਮਾਂ ਵਿੱਚ ਛੇਕ ਹੋਣ, ਕਿਸਮਤ ਵਿੱਚ ਛੇਕ ਹੋਣ, ਜੇ ਕਲਗੀਆਂ ਵਾਲੇ ਦੀ ਨਿਗਾਹ ਤੁਹਾਡੀ ਕਿਸਮਤ ਤੇ ਪੈ ਜਾਵੇ ਤੇ ਮਹਾਰਾਜ ਦੀ ਨਿਗਾਹ ਕਿਸਮਤ ਦੇ ਛੇਕ ਵੀ ਬਦਲ ਦਿੰਦੀ ਹੈ, ਸੁੱਤੇ ਹੋਏ ਭਾਗ ਜਗਾ ਦਿੰਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਅਰਦਾਸ ਕਰੀਏ ਮਹਾਰਾਜ ਜੋ ਸੁਣਦੇ ਹਾਂ ਸੁਣਾਉਂਦੇ ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਕਮਾ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਆਉਣ ਵਾਲੇ ਦਿਨਾਂ ਵਿੱਚ ਆਪਾਂ ਅਗਾਂਹ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਰਬੱਤ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ